ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਦੀ ਕਥਾ ਹੋ ਰਹੀ ਹੈ। ਕੱਲ 109 ਛੰਦਾਂ ਤੱਕ ਕਥਾ ਹੋ ਗਈ ਸੀ। ਅੱਜ 110ਵੇਂ ਛੰਦ ਦੀ ਕਥਾ ਸ਼ੁਰੂ ਹੋਣੀ ਹੈ। ਦਸਮ ਪਾਤਸ਼ਾਹ ਕਹਿੰਦੇ ਕਿ ਰਾਜ਼ਕ ਰਹੀਮ ਹੈ, ਕਿ ਕਰਮੰ ਕਰੀਮ ਹੈ, ਕਿ ਸਰਬੰ ਕਲੀ ਹੈ, ਕਿ ਸਰਬੰ ਦਲੀ ਹੈ। ਰਾਜ਼ਕ ਜੱਜੇ ਦੇ ਪੈਰ ਬਿੰਦੀ ਲਾ ਕੇ ਪੜ੍ਹਨਾ। ਰਿਜ਼ਕ ਦੇਣ ਵਾਲਾ, ਖਾਣ ਪੀਣ ਦੀਆਂ ਵਸਤੂਆਂ ਦੇਣ ਵਾਲਾ, ਉਹਨੂੰ ਕਹੇ ਰਾਜ਼ਕ। ਇਹ ਫਾਰਸੀ ਦੇ ਸ਼ਬਦ ਨੇ। ਰਾਜ਼ਕ ਰਿਜ਼ਕ ਦੇਣ ਵਾਲਾ, ਰਹੀਮ ਰਹਿਮਤ ਕਰਨ ਵਾਲਾ, ਭਾਵ ਦਿਆਲੂ। ਪਰਮਾਤਮਾ ਰਿਜ਼ਕ ਦੇਣ ਵਾਲਾ ਹੈ ਅਤੇ ਦਿਆਲੂ ਹੈ, ਕਿਉਂਕਿ ਜਿਹੜਾ ਦਿਆਲੂ ਬੰਦਾ ਹੈ ਉਹੀ ਕਿਸੇ ਦੀ ਸਹਾਇਤਾ ਕਰ ਸਕਦਾ ਹੁੰਦਾ। ਜਿਹਦੇ ਅੰਦਰ ਦਇਆ ਨਹੀਂ, ਉਹ ਕਿਸੇ ਨੂੰ ਕੁਛ ਨਹੀਂ ਦਿੰਦਾ। ਇਸ ਲਈ ਪਰਮਾਤਮਾ ਜਿਹੜਾ ਹੈ ਰਹੀਮ ਹੈ, ਉਹ ਦਿਆਲੂ ਹੈ, ਉਹ ਰਾਜ਼ਕ ਹੈ, ਰਿਜ਼ਕ ਦੇਣ ਵਾਲਾ ਹੈ। ਰਾਜ਼ਕ ਰਿਜ਼ਕ ਦੇਣ ਵਾਲਾ, ਆਪਾਂ ਜੋ ਖਾਂਦੇ ਪੀਂਦੇ ਉਹ ਚੀਜ਼ਾਂ ਦੇਣ ਵਾਲਾ ਹੈ। ਰਹੀਮ ਹੈ, ਰਹਿਮਤ ਕਰਨ ਵਾਲਾ ਹੈ, ਭਾਵ ਦਿਆਲੂ ਹੈ। ਕਿ ਕਰਮੰ ਕਰੀਮ ਹੈ, हे ਪਰਮਾਤਮਾ ਤੂੰ ਰਿਜ਼ਕ ਦੇਣ ਵਾਲਾ ਹੈ, ਤੂੰ ਜੀਵਾਂ 'ਤੇ ਦਇਆ ਕਰਨ ਵਾਲਾ ਹੈ। ਕਿ ਕਰਮੰ ਕਰੀਮ ਹੈ, ਕਰਮ ਬਖਸ਼ਿਸ਼ ਨੂੰ ਕਹਿੰਦੇ। ਜਿਹੜਾ ਹਿੰਦੀ ਪੰਜਾਬੀ ਦਾ ਕਰਮ ਹੈ ਉਹ ਤਾਂ ਫਲਾਣਾ ਜੀ ਕਰਮ ਕਰ ਰਿਹਾ, ਕੰਮ ਕਰ ਰਿਹਾ ਹੈ। ਫਾਰਸੀ 'ਚ ਕਰਮ ਦਾ ਮਤਲਬ ਬਖਸ਼ਿਸ਼ ਹੈ। ਤੂੰ ਬਖਸ਼ਿਸ਼ ਕਰਨ ਵਾਲਾ ਹੈ। ਕਰੀਮ ਹੈ, ਤੂੰ ਕਿਰਪਾਲੂ ਹੈ। ਜਿਵੇਂ ਰਹੀਮ ਦਿਆਲੂ, ਕਰੀਮ ਕਿਰਪਾਲੂ। ਸੋ ਫਿਰ ਸੁਣੋ ਕਿ ਰਾਜ਼ਕ ਰਹੀਮ ਹੈ, हे ਪਰਮਾਤਮਾ ਤੂੰ ਰਿਜ਼ਕ ਦੇਣ ਵਾਲਾ ਹੈ, ਰਹੀਮ ਹੈ, ਤੂੰ ਦਿਆਲੂ ਹੈ। ਕਿ ਕਰਮੰ ਕਰੀਮ ਹੈ, ਕਿ ਕਰਮੰ ਤੂੰ ਬਖਸ਼ਿਸ਼ ਕਰਨ ਵਾਲਾ ਹੈ, ਕਰੀਮ ਹੈ, ਤੂੰ ਕਿਰਪਾਲੂ ਹੈ। ਸਰਬੰ ਕਲੀ ਹੈ, ਕਲੀ ਸ਼ਕਤੀ ਨੂੰ ਕਹਿੰਦੇ ਕਲਾ। ਸਰਬੰ ਕਲੀ ਹੈ, ਤੂੰ ਸਾਰੀਆਂ ਸ਼ਕਤੀਆਂ ਵਾਲਾ ਹੈ, ਭਾਵ ਤੂੰ ਸਰਬ ਸ਼ਕਤੀ ਵਾਲਾ। ਕਿ ਸਰਬੰ ਕਲੀ ਹੈ, ਗੱਲ ਹੋ ਰਹੀ ਸਿੱਧੀ ਪਰਮਾਤਮਾ ਨਾਲ ਵੀ हे ਪਰਮਾਤਮਾ ਤੂੰ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਕਿ ਸਰਬੰ ਦਲੀ ਹੈ, ਦਾਲ ਹੁੰਦਾ ਨਾਸ਼ ਕਰਨਾ, ਤੂੰ ਸਭ ਨੂੰ ਨਾਸ਼ ਕਰਨ ਵਾਲਾ ਹੈ। ਫਿਰ ਸੁਣ ਲਓ ਕਿ ਰਾਜ਼ਕ ਰਹੀਮ ਹੈ, ਰਾਜ਼ਕ ਰਿਜ਼ਕ ਦੇਣ ਵਾਲਾ, ਰਹੀਮ ਦਇਆ ਕਰਨ ਵਾਲਾ, ਕਰਮੰਗ ਬਖਸ਼ਿਸ਼ ਕਰਨ ਵਾਲਾ, ਕਰੀਮ ਕਿਰਪਾਲੂ। ਸਰਬੰ ਕਲੀ ਹੈ, ਕਲੀ ਸ਼ਕਤੀਆਂ, ਦਲੀ ਹੈ, ਸਭ ਦਾ ਨਾਸ਼ ਕਰਨ ਵਾਲਾ ਹੈ। ਕਿ हे ਪਰਮਾਤਮਾ ਤੂੰ ਰਿਜ਼ਕ ਦੇਣ ਵਾਲਾ ਹੈ, ਤੂੰ ਦਿਆਲੂ ਹੈ। ਕਿ ਕਰਮੰ ਕਰੀਮ ਹੈ, ਤੂੰ ਬਖਸ਼ਿਸ਼ ਕਰਨ ਵਾਲਾ ਹੈ, ਤੂੰ ਕਿਰਪਾਲੂ ਹੈ। ਕਿ ਸਰਬੰ ਕਲੀ ਹੈ, ਤੂੰ ਸਾਰੀਆਂ ਸ਼ਕਤੀਆਂ ਵਾਲਾ ਹੈ। ਕਿ ਸਰਬੰ ਦਲੀ ਹੈ, ਤੂੰ ਸਾਰਿਆਂ ਦਾ ਨਾਸ਼ ਕਰਨ ਵਾਲਾ ਹੈ। ਜਿਵੇਂ ਚੱਕੀ ਦਾਣੇ ਨੂੰ ਦਲ ਦਿੰਦਿਆਂ ਦਾਣਿਆਂ ਨੂੰ, ਇਸ ਤਰ੍ਹਾਂ ਪਰਮਾਤਮਾ ਫਿਰ ਸਭ ਦਾ ਨਾਸ਼ ਕਰ ਦਿੰਦਾ ਹੈ। ਕਿ ਸਰਬਤਰ ਮਾਨਿਆ, ਕਿ ਸਰਬਤਰ ਦਾਨਿਆ। ਨੰਨੇ ਤੋਂ ਅਗਲਾ ਜਿਹੜਾ ਅੱਖਰ ਹੈ ਉਹ ਆਟੋਮੈਟਿਕਲੀ ਨੱਕ ਰਾਹੀਂ ਬੋਲੇ ਜਾਂਦਾ ਹੈ। ਮਾਨਿਆ ਐ ਨਹੀਂ ਪੜ੍ਹਨਾ, ਮਾਨਿਆ। ਜਿਵੇਂ ਸੁਣਿਆ ਲਿਖਿਆ ਤਾਂ ਸੱਸੇ ਨੂੰ ਕੜਾ ਰਣ ਸਿਆਰੀ ਆੜਨ ਦਲਾਵੇਂ। ਸੁਣਿਆ ਨਹੀਂ ਉਹਨੂੰ ਪੜ੍ਹਨਾ, ਸੁਣਿਆ। ਇਸ ਤਰ੍ਹਾਂ ਹੀ
मान्या नहीं पढ़ना, बोलना मान्य के सर्वत्र मान्य के सर्वत्र दान्य के सर्वत्र गौने के सर्वत्र भाउने। मान्य सारे तेनू मनते हैं, भाव सारे तेरी पूजा करते हैं। हे परमात्मा सारे तेरी पूजा करते हैं। कि सर्वत्र दाने तू सारिਆਂ ਨੂੰ दान दिंदा है, तू सारिਆਂ ਨੂੰ दातां देण वाला है। दानी है ना परमात्मा। दानी ਉਹੀ ਹੋਗਾ ਜਿਹਦੇ ਕੋਲ ਦਾਤ ਹੋਏਗੀ ਦੇਣ ਨੂੰ ਕਿਸੇ ਕੋਲ। ਮੰਨ ਲਓ ਮੇਰੇ ਕੋਲ ਕੁਛ ਹੈ ਹੀ ਨਹੀਂ ਕਿਸੇ ਨੂੰ ਦੇਣ ਨੂੰ, ਮੈਂ ਕਿਸੇ ਨੂੰ ਕੀ ਦਾਨ ਦੇਵਾਂਗਾ? ਹੋਏਗਾ ਕੁਛ ਤਾਂ ਹੀ ਕਿਸੇ ਨੂੰ ਦੇਵਾਂਗੇ। परमात्मा सब नूं दातां देण वाला, क्योंकि दानी है। सर्वत्र दाने तू सारिਆਂ ਨੂੰ दातां देण वाला है। कि सर्वत्र गौने, गौने हुंदा जाना पहुँचना। कि सर्वत्र गौने तू सब थावां ते पहुँचण वाला है। कोई ऐसी थां नहीं जिथे तू पहुँच नहीं सकदा। ਆਪਾਂ ਉਹਦੇ ਤੱਕ ਨਹੀਂ ਪਹੁੰਚ ਸਕਦੇ, ਇਸ ਲਈ ਉਹ ਅਗੰਮ ਹੈ। ਆਪ ਉਹ ਅਗੰਮ ਹੈ, ਅਸੀਂ ਉਹਦੇ ਤੱਕ ਨਹੀਂ ਪਹੁੰਚ ਸਕਦੇ, ਉਹ ਸਾਡੇ ਤੱਕ ਪਹੁੰਚ ਸਕਦਾ। ਕਿ ਸਰਬਤਰ ਗੌਨੇ ਕਿ ਸਾਰੀਆਂ ਥਾਵਾਂ 'ਤੇ ਪਹੁੰਚਣ ਵਾਲਾ ਹੈ। ਕਿ ਸਰਬਤਰ ਭਵਨੇ, ਭਵਨੇ ਹੁੰਦਾ ਭਵਨ। ਸੰਸਾਰ 'ਚ 3 ਭਵਨ ਗਿਣੇ ਗਏ ਨੇ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ। ਇਹ 3 ਭਵਨ ਨੇ। तू सारे भवनां च रहन वाला है। ऐसी कोई थां नहीं जिथे तू नहीं रहिंदा है। इसलिए सारा संसार ही तेरा घर है। भवन घर नूं भी कहंदे ने। ते इत्थे जिहड़ा भवन है, भाव तीनों भवन सारा संसार, भाव तू सारे थावां ते रहन वाला है। फिर सुनो कि सर्वत्र माने सारे तेनू मनते हैं, सारे तेरी पूजा करते हैं। सर्वत्र दाने तू सारिਆਂ ਨੂੰ दाता दिंदा है, दान दिंदा है। ਸਰਬਤ के सर्वत्र गौने तू सारियां ਥਾਵਾਂ ਤੇ जा सकदा है, पहुँचण वाला। तू के सारियां ਥਾਵਾਂ ਤੇ जा सकदा है। कि सर्वत्र भवने सारे भवन तेरे ही ने। मात लोक है, चाहे आकाश लोक है, चाहे पताल लोक है, सब तेरे ने। भाव तू सारियां थावां ते वसदा है। अगे कहंदे कि सर्वत्र देस है, कि सर्वत्र भेस है, कि सर्वत्र राज है, कि सर्वत्र साज है। कि सर्वत्र देश है, सारे देश ਉਹਦੇ ਹੀ ਨੇ। ਉਹ ਸਾਰੇ ਦੇਸ਼ਾਂ ਵਿੱਚ ਹੈ। ਕੋਈ ਐਸਾ ਦੇਸ਼ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ। ਸਾਰੇ ਦੇਸ਼ ਪਰਮਾਤਮਾ ਦੇ ਹਨ। ਸਰਬੱਤਰ ਭੇਸ ਹੈ, ਸਾਰੇ ਭੇਖ ਪਰਮਾਤਮਾ ਦੇ ਨੇ। ਕਿਉਂਕਿ ਪਰਮਾਤਮਾ ਸਾਰੇ ਭੇਖਾਂ ਦੇ ਵਿੱਚ ਵਸਦਾ ਹੈ। ਇਸ ਲਈ ਸਾਰੇ ਭੇਖ ਪਹਿਰਾਵੇ ਉਸੇ ਦੇ ਨੇ। ਭੇਸ ਪਹਿਰਾਵੇ ਨੂੰ ਕਹਿੰਦੇ। ਇੱਕ ਖਾਸ ਪ੍ਰਕਾਰ ਦੇ ਪਹਿਰਾਵੇ ਨੂੰ ਭੇਖ ਕਹਿੰਦੇ ਨੇ। ਪਰਮਾਤਮਾ ਸਾਰੇ ਦੇਸ਼ਾਂ ਵਿੱਚ ਹੈ, ਸਾਰੇ ਭੇਖਾਂ ਵਿੱਚ ਹੈ। ਕਿ ਸਰਬਤਰ ਰਾਜਾ, ਪਰਮਾਤਮਾ ਸਾਰਿਆਂ ਦਾ ਰਾਜਾ ਹੈ। ਸਭ ਦਾ ਰਾਜਾ ਪਰਮਾਤਮਾ। ਇਸ ਲਈ ਕਹਿੰਦੇ ਰਾਜਾਨ ਰਾਜ। हे परमात्मा तू राजियां दा राजा है, सर्वत्र राजा। सो परमात्मा सब उत्ते राज कर रहा है। सर्वत्र साजा, साजा मेरा साजन वाला, बनाउण वाला। परमात्मा सारियां नूं साजन वाला है, सब नूं बनाउण वाला है। उन्हें सानू साजिया। सारी सृष्टि उसने साजी, सारे जीव जंतु उसने साजे बनाए। भाव सो परमात्मा जिहड़ा कि सर्वत्र देस है, सारे देश परमात्मा दे ने।
ਪਾ ਪਰਮਾਤਮਾ ਸਾਰੇ ਦੇਸ਼ਾਂ 'ਚ ਸਰਬੱਤਰ ਭੇਸ ਹੈ। ਸਾਰੇ ਭੇਸ, ਸਾਰੇ ਪਹਿਰਾਵੇ, ਸਾਰੇ ਭੇਖ ਉਸਦੇ ਨੇ। ਪਾ ਪਰਮਾਤਮਾ ਸਾਰੇ ਭੇਖਾਂ 'ਚ। ਸਰਬੱਤਰ ਰਾਜਾ, ਉਹ ਸਾਰਿਆਂ ਦਾ ਰਾਜਾ ਹੈ। ਭਾਵ ਸਾਰਿਆਂ 'ਤੇ ਰਾਜ ਕਰ ਰਿਹਾ, ਉਹਦਾ ਰਾਜ ਸਾਰਿਆਂ 'ਤੇ। ਕਿ ਸਰਬੱਤਰ ਸਾਜੈ, ਉਹ ਸਾਰਿਆਂ ਨੂੰ ਸਾਜਣ ਵਾਲਾ ਹੈ। ਤੂੰ ਵੀ ਵਰਤਿਆ ਜਾ ਸਕਦਾ ਹੈ ਕਿ ਹੇ ਪਰਮਾਤਮਾ, ਤੂੰ ਸਾਰੇ ਦੇਸ਼ਾਂ ਵਿੱਚ ਹੈ। ਕਿ ਸਰਬੱਤਰ ਭੇਸ ਹੈ, ਕਿ ਤੂੰ ਸਾਰੇ ਭੇਖਾਂ ਵਿੱਚ ਹੈ। ਕਿ ਸਰਬੱਤਰ ਰਾਜਾ, ਤੂੰ ਸਭ ਦਾ ਰਾਜਾ ਹੈ। ਕਿ ਸਰਬੱਤਰ ਸਾਜੈ, ਤੂੰ ਸਾਰਿਆਂ ਦੀ ਸਾਜਨਾ ਕਰਦਾ ਹੈ, ਬਣਾਉਣ ਵਾਲਾ ਹੈ। ਕਿ ਸਰਬੱਤਰ ਦੀਨੇ, ਕਿ ਸਰਬੱਤਰ ਲੀਨੇ, ਕਿ ਸਰਬੱਤਰ ਜਾਹੋ, ਕਿ ਸਰਬੱਤਰ ਭਾਹੋ। ਦੀਨੇ, ਦਾਤਾ ਦੇਣ ਵਾਲਾ, ਜਿਹਨੂੰ ਦਾਨੀ ਕਹਿੰਦੇ। ਕਿ ਸਰਬੱਤਰ ਦੀਨੇ, ਤੂੰ ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ। ਉਹ ਦਾਤਾ ਹੈ ਨਾ, ਇਸ ਕਰਕੇ ਪਰਮਾਤਮਾ ਦਾਤਾ ਹੈ, ਸਭ ਨੂੰ ਦਾਤਾ ਦਿੰਦਾ ਹੈ। ਤੂੰ ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ। ਕਿ ਸਰਬੱਤਰ ਲੀਨੇ, ਅਤੇ ਸਾਰਿਆਂ ਤੋਂ ਦਾਤਾ ਵਾਪਸ ਲੈਣ ਵਾਲਾ ਵੀ ਹੈ। ਉਹਦੀ ਮਰਜ਼ੀ ਹੈ। ਉਹਨੇ ਪੁੱਤਰ ਦੀ ਸਾਨੂੰ ਦਾਤ ਦਿੱਤੀ ਹੈ। ਜੇ ਉਹ ਚਾਹੇ ਆਪਣੀ ਦਾਤ ਵਾਪਸ ਲੈ ਸਕਦੇ। ਕਹਿੰਦੇ ਫਲਾਣੇ ਦਾ ਪੁੱਤਰ ਮਰ ਗਿਆ ਜੀ, ਮਰ ਗਿਆ ਜੀ, ਉਹਨੇ ਆਪਣੀ ਦਾਤ ਵਾਪਸ ਲੈ ਲਈ। ਅਸੀਂ ਚੀਫ ਹੀ ਇਸ ਲਈ ਕਰਦੇ ਹਾਂ ਕਿ ਸਾਨੂੰ ਇਹ ਸਾਡਾ ਪੁੱਤਰ ਹੈ। ਪਰਮਾਤਮਾ ਕਹਿੰਦੇ ਇਹ ਤਾਂ ਮੈਂ ਤੁਹਾਨੂੰ ਦਾਤ ਦਿੱਤੀ ਹੈ। ਦਾਤ ਹੈ ਦਾਤ ਰੱਖੀ ਹੱਥ ਆਪਣੇ, ਜੈ ਭਾਵੈ ਤੈ ਦੇਈ। ਸਾਰੀਆਂ ਦਾਤਾਂ ਪਰਮਾਤਮਾ ਦੇ ਹੱਥ 'ਚ, ਜਿਸ ਨੂੰ ਚਾਹੁੰਦਾ ਉਸ ਨੂੰ ਦਾਤ ਦੇ ਦਿੰਦਾ। ਜਿਹੜਾ ਦਾਤ ਦੇਣ ਵਾਲਾ ਹੈ, ਉਹ ਦਾਤ ਵਾਪਸ ਵੀ ਲੈ ਸਕਦਾ ਹੈ। ਜਿਵੇਂ ਕਿਸੇ ਨੇ ਕਿਸੇ ਨੂੰ ਉਧਾਰ ਦਿੱਤਾ, ਤਾਂ ਫਿਰ ਉਧਾਰ ਵਾਪਸ ਵੀ ਲੈ ਸਕਦਾ। ਭਾਈ ਮੇਰਾ ਉਧਾਰ ਦੇ ਵਾਪਸ, ਉਧਾਰ ਹੈ। ਪਰ ਸਾਡਾ ਮੋਹ ਹੋਣ ਕਰਕੇ ਅਤੇ ਸਾਨੂੰ ਪੂਰਾ ਗਿਆਨ ਨਾ ਹੋਣ ਕਰਕੇ ਕਿ ਜੋ ਕੁਛ ਵੀ ਸਾਡੇ ਕੋਲੇ ਹੈ ਇਹ ਤਾਂ ਪਰਮਾਤਮਾ ਦਾ ਦਿੱਤਾ ਹੋਇਆ ਹੈ, ਉਹ ਸਾਰੇ ਦਾ ਸਾਰਾ ਵੀ ਵਾਪਸ ਲੈ ਸਕਦਾ ਹੈ ਅਤੇ ਉਸ 'ਚੋਂ ਕੁਝ ਚੀਜ਼ ਵੀ ਹਿੱਸਾ ਵਾਪਸ ਲੈ ਸਕਦਾ ਹੈ। ਪ੍ਰੋਫੈਸਰ ਪੂਰਨ ਸਿੰਘ ਹੋਏ ਨੇ, ਬੜੇ ਪਹੁੰਚੇ ਹੋਏ ਇਨਸਾਨ ਸਨ, ਬੜੇ ਕੁਆਲੀਫਾਈਡ ਬੰਦੇ ਸਨ। ਤਾਂ ਉਹਨਾਂ ਨੇ 100 ਕਿੱਲਾ ਘਾਹ ਬੀਜਿਆ ਸੀ, ਜਿਸ ਤੋਂ ਕਾਗਜ਼ ਬਣਦਾ। ਕਾਗਜ਼ ਵਾਲਾ ਘਾਹ ਹੋਰ ਪ੍ਰਕਾਰ ਦਾ ਹੁੰਦਾ ਹੈ। ਸਾਡੇ ਦੇਸ਼ 'ਚ ਉਹ ਘਾਹ ਬਹੁਤ ਘੱਟ ਹੁੰਦੇ ਸੀ। ਸਾਨੂੰ ਕਾਗਜ਼ ਬਾਹਰਲੇ ਦੇਸ਼ਾਂ ਤੋਂ ਖਰੀਦਣਾ ਪੈਂਦਾ। ਨੋਟ ਜਿਸ ਕਾਗਜ਼ ਤੋਂ ਬਣਦੇ, ਸਾਡੇ ਦੇਸ਼ ਘਾਹ ਹੁੰਦਾ ਹੀ ਨਹੀਂ। ਦੂਜਾ ਜਿਹੜੀ ਚੀਜ਼ਾਂ ਨੇ ਜਿਹੜੀਆਂ ਬਣਦੀਆਂ, ਉਹ ਤਾਂ ਸਾਡੇ ਘਾਹ ਹੁੰਦਾ। ਪਰ ਜਿਸ ਘਾਹ ਤੋਂ ਨੋਟ ਬਣਦੇ ਨੇ, ਉਹ ਸਾਨੂੰ ਸਾਰਾ ਘਾਹ ਬਾਹਰੋਂ ਖਰੀਦਣਾ ਪੈਂਦਾ ਹੈ। ਉਹ ਨੋਟ ਸਾਨੂੰ ਬਾਹਰੋਂ ਖਰੀਦਣੇ ਪੈਂਦੇ, ਉਹ ਜਿਹੜੇ ਜਿਸ ਤੋਂ ਬਣੇ ਹੋਏ ਚੀਜ਼ ਦੇ ਨੇ। ਉਹਨਾਂ ਨੇ 100 ਕਿੱਲਾ ਘਾਹ ਲਾਇਆ ਹੋਇਆ ਸੀ। ਬੜਾ ਹੜ੍ਹ ਆ ਗਿਆ, ਸਾਰੇ ਦਾ ਸਾਰਾ 100 ਦਾ 100 ਕਿੱਲਾ ਉਹਦਾ ਘਾਹ ਰੁੜ ਗਿਆ। ਕਿਸੇ ਨੇ ਕਿਹਾ ਕਿ ਪ੍ਰੋਫੈਸਰ ਸਾਹਿਬ, ਤੁਹਾਡਾ ਸਾਰਾ ਘਾਹ ਰੁੜ ਗਿਆ ਹੈ। ਅਤੇ ਉਹ ਕੋਠੇ ਚੜ੍ਹ ਕਹਿੰਦੇ, ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋ ਛੁੱਟੀ। ਕੋ ਚਲੋ ਚੰਗਾ ਹੋਇਆ, ਚਰਖਾ ਹੀ ਟੁੱਟ ਗਿਆ, ਨਕੱਤਰੀ ਨਹੀਂ ਪਏਗਾ। ਪਰ ਕੋਈ ਪਰਵਾਹ ਨਹੀਂ। 100 ਕਿੱਲੇ ਕੇ ਮੰਨ ਲਓ ਤੁਸੀਂ 100 ਕਿੱਲਾ ਕਣਕ ਬੀਜੀਏ, ਤੁਹਾਡੀ ਸਾਰੀ ਦੀ ਸਾਰੀ ਰੁੜ ਜੇ, ਅਤੇ ਕਿੰਨੇ ਲੋਕ ਆਤਮ ਹੱਤਿਆ ਕਰ ਲੈਣਗੇ। ਉਹ ਕਹਿੰਦਾ ਠੀਕ ਹੈ, ਕਹਿੰਦਾ ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋ ਛੁੱਟੀ। ਕਹਿੰਦਾ ਭਲਾ ਚੰਗਾ ਹੋਇਆ, ਕਦੇ ਰੁੜ ਗਿਆ। ਇਹੋ ਜਿਹੇ ਬੰਦੇ ਨੂੰ ਕੀ ਦੁੱਖ ਹੋ ਸਕਦਾ? ਮੈਂ ਕਈ ਬੈਠਾ ਸੋਚਦਾ ਸੀ ਵੀ ਇਹੋ ਜਿਹਾ ਬੰਦਾ ਕਦੇ ਦੁਖੀ ਹੋ ਹੀ ਨਹੀਂ ਸਕਦਾ। ਉਹ ਕਹਿੰਦਾ ਦਾਤੇ ਨੇ ਲਵਾਇਆ ਸੀ, ਉਹ ਰੋੜ ਕੇ ਲੈ ਗਿਆ, ਫਿਰ ਹੋਰ ਲਾ ਲਾਂਗੇ। ਇਹੋ ਜਿਹੇ ਬੰਦੇ ਕਦੇ ਵੀ ਦੁਖੀ ਨਹੀਂ ਹੋ ਸਕਦੇ, ਆਨੰਦ 'ਚ ਰਹਿੰਦੇ। ਨਹੀਂ ਤਾਂ ਹੋਰ ਵੀ ਆਏ ਹੋਣਗੇ ਅਫਸੋਸ ਕਰਨ ਵੀ ਬਹੁਤ ਮਾੜਾ ਹੋਇਆ।
ਕੁਝ ਕਿ ਠੀਕ ਹੋਏ, ਕਹਿੰਦਾ ਆਪਾਂ ਵਿਹਲੇ ਹੋ ਗਏ। ਸੋ ਇਸ ਲਈ ਪਰਮਾਤਮਾ ਜਿਹੜਾ ਹੈ ਸਰਬਤਰ ਦੀਨੇ, ਉਹ ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ। ਕਿ ਸਰਬਤਰ ਲੀਨੇ, ਉਹ ਸਾਰੀਆਂ ਦਾਤਾ ਵਾਪਸ ਵੀ ਲੈ ਸਕਦਾ ਹੈ। ਜੋ ਉਹਨੇ ਦਿੱਤਾ ਹੈ ਉਹ ਸਾਰਾ ਵੀ ਵਾਪਸ ਲੈ ਸਕਦਾ ਹੈ, ਉਹਦੇ ਵਿੱਚ ਕੁਝ ਵੀ ਲੈ ਸਕਦਾ ਹੈ, ਇਹ ਉਹਦੀ ਮਰਜ਼ੀ ਹੈ। ਜੇ ਇੱਕ ਮਹਾਂਪੁਰਖਾਂ ਕੋਲੇ ਕੋਈ ਬੰਦਾ ਚਲਿਆ ਗਿਆ, ਮੇਰੇ ਘਰ ਲੜਕਾ ਹੋਵੇ ਜੀ, ਕਹਿੰਦੇ ਭਾਈ ਲੜਕਾ ਤੇਰੇ ਘਰ ਹੋ ਜਾਏਗਾ, ਉਹ ਸਾਨੂੰ ਭੇਟਾ ਕਰਨਾ ਪਏਗਾ। ਉਹ ਕਹਿੰਦਾ ਫਿਰ ਕੀ ਫਾਇਦਾ ਜੀ, ਜੋ ਤੁਸੀਂ ਲੈ ਜਾਣਾ ਅਤੇ ਉਹਨੂੰ ਮੈਨੂੰ ਉਹਦਾ ਕੀ ਫਾਇਦਾ ਹੋਏਗਾ। ਕਹਿੰਦੇ ਚੰਗਾ ਫਿਰ ਤੇਰੇ ਘਰ 3 ਲੜਕੇ ਹੋਣਗੇ, ਫਿਰ ਤਾਂ ਇੱਕ ਸਾਨੂੰ ਦੇ ਦੇਂਗਾ। ਹਾਂ, ਕਹਿੰਦਾ ਫਿਰ ਤਾਂ ਦੇ ਦਾਂਗਾ ਜੀ। ਜਦੋਂ ਫਿਰ ਹੋ ਗਏ ਤਿੰਨੋਂ, ਉਹਨੇ ਕਿਹਾ ਵੱਡਾ ਲੜਕਾ ਮੈਨੂੰ ਦੇ ਦਿਓ, ਉਹ ਦੇਵੇ ਨਾ, ਨਾ ਜੀ ਮੇਰਾ ਤਾਂ ਸਰਦਾ ਨਹੀਂ ਜੀ ਨਾ। ਉਹ ਕਹ ਦੇਖ, ਇਸ ਵਾਅਦੇ 'ਤੇ ਤੇਰੇ ਬੱਚੇ ਦਾਤ ਦਿੱਤੀ ਸੀ ਕਿ ਇੱਕ ਲੜਕਾ ਤੂੰ ਮੈਨੂੰ ਵਾਪਸ ਕਰੇਂਗਾ, ਉਹ ਕਰੇ ਨਾ ਜੀ, ਉਹ ਕਰੇ ਨਾ। ਇਸ ਤਰ੍ਹਾਂ ਹਾਲਾਂਕਿ ਨੂੰ ਪਤਾ ਸੀ ਕਿ ਮੇਰੇ ਘਰ ਬੱਚਾ ਨਹੀਂ ਹੋ ਰਿਹਾ, ਇਹ ਮਹਾਂਪੁਰਖਾਂ ਦੀ ਬਖਸ਼ਿਸ਼ ਨਾਲ 3 ਬੱਚੇ ਹੋਏ ਨੇ, ਅਤੇ ਮੈਂ ਇਹਨਾਂ ਦਾ ਵਾਅਦਾ ਵੀ ਕੀਤਾ ਸੀ ਚੰਗਾ ਜਿਹੜਾ ਵੱਡਾ ਲੜਕਾ ਤੁਹਾਨੂੰ ਦੇ ਦਾਂਗੇ। ਫਿਰ ਉਹ ਮੋੜਦਾ ਨਹੀਂ ਹੈ, ਮੋੜ ਨਹੀਂ ਰਿਹਾ। ਇਸ ਤਰ੍ਹਾਂ ਸਾਡਾ ਦਾਤਾ ਨਾਲ ਮੋਹ ਹੋ ਜਾਂਦਾ ਹੈ। ਅਸੀਂ ਫਿਰ ਜੇ ਦਾਤਾ ਕੋਈ ਚੀਜ਼ ਲੈ ਲੈਂਦੇ ਨਾ, ਫਿਰ ਉਹ ਤਾਂ ਤਾਕਤਵਰ ਹੈ, ਸਾਡਾ ਉਹਦੇ ਅੱਗੇ ਕੀ ਜ਼ੋਰ ਚੱਲਦਾ, ਜੋ ਮਰਜ਼ੀ ਵਾਪਸ ਲੈ ਲੈ, ਜੋ ਮਰਜ਼ੀ ਵਾਪਸ ਲੈ ਲੈ। ਸੋ ਜਿਹੜੇ ਤਾਂ ਬ੍ਰਹਮ ਗਿਆਨੀ ਨੇ ਉਹਨਾਂ ਨੂੰ ਤਾਂ ਪਤਾ ਹੁੰਦਾ। ਹੁਣ ਮੈਨੂੰ ਗਿਆਨ ਹੈ, ਪਰ ਇਹ ਤਾਂ ਗੁਰੂ ਦਾ ਗਿਆਨ ਹੈ, ਮੇਰਾ ਆਪਣਾ ਥੋੜ੍ਹਾ। ਇਸ ਲਈ ਮੇਰੇ ਤੋਂ ਦਾਤਾ ਕੋਈ ਵੀ ਚੀਜ਼ ਵਾਪਸ ਲਏਗਾ, ਮੈਨੂੰ ਵੀ ਦੁੱਖ ਹੋਏਗਾ ਜਿਵੇਂ ਤੁਹਾਨੂੰ ਦੁੱਖ ਹੁੰਦਾ, ਫਿਰ ਵੀ ਹੋਵੇਗਾ, ਕਿਉਂਕਿ ਆਪਾਂ ਉਸ ਅਵਸਥਾ 'ਤੇ ਨਹੀਂ ਪਹੁੰਚੇ। ਜਦੋਂ ਉਸ ਅਵਸਥਾ 'ਤੇ ਪਹੁੰਚ ਜਾਵਾਂਗੇ ਫਿਰ ਕੋਈ ਦੁੱਖ ਨਹੀਂ ਹੈ, ਫਿਰ ਕੋਈ ਦੁੱਖ ਨਹੀਂ ਹੁੰਦਾ ਵੀ ਉਹਦੀ ਦਾਤ ਸੀ ਉਹ ਲੈ ਲਈ ਉਸਨੇ। ਪਰ ਅਜੇ ਸਾਡੀ ਅਵਸਥਾ ਨਹੀਂ ਆਈ ਹੈ, ਇਸ ਲਈ ਸਾਨੂੰ ਦੁੱਖ ਜ਼ਰੂਰ ਹੋਵੇਗਾ। ਫਿਰ ਭਾਵੇਂ ਚੀ ਕਰੋ ਫੀ ਕਰੋ, ਉਹਨੂੰ ਤਾਂ ਵਾਪਸ ਲੈ ਹੀ ਜਾਣਾ। ਇਸ ਲਈ ਕਹਿੰਦੇ ਸਰਬਤਰ ਦੀਨੇ, ਉਹ ਸਾਰੀਆਂ ਦਾਤਾਂ ਦੇਣ ਵਾਲਾ ਹੈ। ਕਿ ਸਰਬਤਰ ਲੀਨੇ, ਉਹ ਸਾਰੀਆਂ ਦਾਤਾਂ ਵਾਪਸ ਵੀ ਲੈ ਸਕਦਾ ਹੈ। ਕਿ ਸਰਬਤਰ ਜਾਹੋ, ਜਾਹੋ ਹੁੰਦਾ ਜਲਾਲ, ਪੁਰਾਣੇ ਬੰਦਾ ਬੜਾ ਜਾਹੋ ਜਲਾਲ ਹੈ, ਬੜਾ ਤਪ ਤੇਜ ਹੈ। ਜਿਸ ਬੰਦੇ ਦਾ ਬੜਾ ਤਪ ਤੇਜ ਹੋਵੇ ਉਹਨੂੰ ਕਹਿੰਦੇ ਜਾਹੋ। ਕਈ ਵਾਰੀ ਆਪਾਂ ਇਕੱਠਾ ਸ਼ਬਦ ਬੋਲਦੇ ਹਾਂ, ਜਾਹੋ ਜਲਾਲ, ਬੜਾ ਤਪ ਤੇਜ। ਪਰਮਾਤਮਾ ਦਾ ਸਭ ਤੋਂ ਵੱਧ ਤਪ ਤੇਜ ਹੈ, ਸਭ ਥਾਵਾਂ 'ਤੇ ਤਪ ਤੇਜ ਹੈ। ਕਿ ਸਰਬਤਰ ਜਾਹੋ, ਪਰ ਸਾਰੀਆਂ ਥਾਵਾਂ 'ਤੇ ਪਰਮਾਤਮਾ ਦਾ ਤਪ ਤੇਜ ਹੈ। ਕਿ ਸਰਬਤਰ ਭਾਓ, ਭਾਵ ਤਾਂ ਨਹੀਂ ਅੱਗ, ਇੱਥੇ ਪ੍ਰਕਾਸ਼ ਦਾ ਮਤਲਬ ਹੈ। ਕਿ ਸਰਬਤਰ ਭਾਓ, ਪਰਮਾਤਮਾ ਦਾ ਪ੍ਰਕਾਸ਼ ਸਭ ਥਾਂ 'ਤੇ ਹੈ, ਸਭ ਥਾਂ 'ਤੇ ਪਰਮਾਤਮਾ ਦਾ ਹੀ ਪ੍ਰਕਾਸ਼ ਹੈ। ਸੋ ਦੀਨੇ ਹੁੰਦਾ ਦਾਤਾਂ ਦੇਣ ਵਾਲਾ, ਲੀਨੇ ਦਾਤਾ ਨੂੰ ਵਾਪਸ ਲੈਣ ਵਾਲਾ, ਜਾਹੋ, ਜਾਹੋ ਜਲਾਲ, ਤਪ ਤੇਜ ਨੂੰ ਕਹਿੰਦੇ ਨੇ, ਭਾਹੋ ਪ੍ਰਕਾਸ਼ ਨੂੰ ਕਹਿੰਦੇ ਨੇ। ਸਾਰੀਆਂ ਦਾਤਾਂ ਦੇਣ ਵਾਲਾ ਪਰਮਾਤਮਾ ਹੈ। ਸਰਬਤਰ ਦੀਨੇ, ਪਰਮਾਤਮਾ ਸਾਰਿਆਂ ਨੂੰ ਦਾਤਾਂ ਦਿੰਦਾ ਹੈ। ਸਰਬਤਰ ਲੀਨੇ, ਅਤੇ ਸਾਰੀਆਂ ਦਾਤਾਂ ਵਾਪਸ ਵੀ ਲੈ ਸਕਦਾ। ਕਿ ਸਰਬਤਰ ਜਾਹੋ, ਸਭ ਥਾਂ 'ਤੇ ਉਹਦਾ ਤਪ ਤੇਜ ਹੈ। ਕਿ ਸਰਬਤਰ ਭਾਹੋ, ਸਭ ਥਾਵਾਂ 'ਤੇ ਉਸਦਾ ਪ੍ਰਕਾਸ਼ ਹੈ। ਭਾਹੋ ਪ੍ਰਕਾਸ਼। ਕਿ ਸਰਬਤਰ ਦੇਸੈ, ਕਿ ਸਰਬਤਰ ਭੇਸੈ, ਕਿ ਸਰਬਤਰ ਕਾਲੈ, ਕਿ ਸਰਬਤਰ ਪਾਲੈ। ਕਿ ਸਰਬਤਰ ਦੇਸੈ, ਸਾਰੇ ਦੇਸ਼ ਪਰਮਾਤਮਾ ਦੇ ਹਨ। ਉਹਨੇ ਬਣਾਏ ਨੇ, ਇੱਕ ਅਸੀਂ ਬਣਾਏ ਨੇ। ਵੱਡੇ ਤੋਂ ਵੱਡਾ ਸਾਇੰਸਦਾਨ ਕੋਈ ਸੂਰਜ ਨਹੀਂ ਬਣਾ ਸਕਦਾ, ਕੋਈ ਚੰਦਰਮਾ ਨਹੀਂ ਬਣਾ ਸਕਦਾ,
ਕੋਈ ਧਰਤੀ ਨਹੀਂ ਬਣਾ ਸਕਦਾ, ਕੋਈ ਪਹਾੜ ਨਹੀਂ ਬਣਾ ਸਕਦਾ, ਕੋਈ ਸਮੁੰਦਰ ਨਹੀਂ ਬਣਾ ਸਕਦਾ, ਕੋਈ ਦਰਿਆ ਨਹੀਂ ਬਣਾ ਸਕਦਾ। ਅਸੀਂ ਨਦੀਆਂ 'ਤੇ ਅਸੀਂ ਨਹਿਰਾਂ 'ਤੇ ਬਣਾ ਸਕਦੇ ਹਾਂ, ਦਰਿਆ ਨਹੀਂ ਬਣਾ ਸਕਦੇ। ਨਾ ਅਸੀਂ ਕੋਈ ਧਰਤੀ ਬਣਾ ਸਕਦੇ, ਨਾ ਹੀ ਅਸੀਂ ਕੋਈ ਖਣਿਜ ਪਦਾਰਥ ਬਣਾ ਸਕਦੇ ਵੀ ਅਸੀਂ ਆਪ ਲੋਹਾ ਤਿਆਰ ਕਰ ਲਿਆ ਜੀ, ਤਾਂਬਾ ਤਿਆਰ ਕਰ ਲਿਆ, ਚਾਂਦੀ ਤਿਆਰ ਕਰ ਲਈ ਸਾਨੂੰ। ਨਾ, ਇਹ ਤਾਂ ਉਹਦੇ ਬਣਾਏ ਹੋਏ ਨੇ। ਸਾਰਾ ਸੰਸਾਰ ਹੀ ਉਹਦਾ ਬਣਾਇਆ ਹੋਇਆ ਹੈ, ਸਾਰੇ ਦੇਸ਼ ਉਸੇ ਦੇ ਨੇ। ਇਸ ਲਈ ਕਹਿੰਦੇ ਕਿ ਸਰਬੱਤਰ ਦੇਸ, ਹੇ ਪਰਮਾਤਮਾ ਸਾਰੇ ਦੇਸ਼ ਤੇਰੇ ਨੇ। ਸਰਬੱਤਰ ਭੇਸ ਹੈ, ਸਾਰੇ ਭੇਖ ਵੀ ਤੇਰੇ ਹੀ ਨੇ। ਕੋਈ ਕਿਸੇ ਦਾ ਸਾਧੂ ਵਾਲਾ ਭੇਖ ਹੈ, ਕਿਸੇ ਜੈਨੀਆਂ ਵਾਲਾ, ਕਿਸੇ ਬੋਧੀਆਂ ਵਾਲਾ, ਕਿਸੇ ਬ੍ਰਾਹਮਣਾਂ ਵਾਲਾ, ਕਿਸੇ ਖਾਲਸੇ ਵਾਲਾ। ਸਾਰੇ ਭੇਖ ਉਸੇ ਦੇ। ਕਿ ਸਰਬੱਤਰ ਕਾਲ ਹੈ, ਤੂੰ ਸਾਰਿਆਂ ਦਾ ਕਾਲ ਹੈ, ਭਾਵ ਸਾਰਿਆਂ ਨੂੰ ਮਾਰਨ ਵਾਲਾ ਹੈ। ਤਾਂ ਕਿ ਮਾਰੈ ਰੱਖੈ ਏਕੋ ਆਪ, ਮਾਨਸ ਕੇ ਕਿਛ ਨਾਹੀ ਹਾਥ। ਮਾਰਨ ਵਾਲਾ ਵੀ, ਰੱਖਿਆ ਕਰਨ ਵਾਲਾ ਵੀ ਪਰਮਾਤਮਾ ਹੀ ਹੈ। ਇਸ ਮਨੁੱਖ ਦੇ ਹੱਥ 'ਚ ਕੁਛ ਨਹੀਂ ਹੈ। ਇਹਦੇ ਹੱਥ 'ਚ ਪਤਾ ਨਹੀਂ ਕਿਹਨੂੰ ਕਿਹਨੂੰ ਅੱਜ ਤੱਕ ਮਾਰ ਦਿੰਦਾ, ਇਹਦਾ ਪਤਾ ਨਹੀਂ ਕਿਹਨੂੰ ਕਿਹਨੂੰ ਮਾਰ ਦਿੰਦਾ। ਉਹਦੇ ਹੱਥ 'ਚ ਜਿਹਨੇ ਸਾਨੂੰ ਪੈਦਾ ਕੀਤਾ ਹੈ। ਪੈਦਾ ਕਰਨ ਵਾਲਾ ਵੀ ਉਹੀ ਹੈ, ਮਾਰਨ ਵਾਲਾ ਵੀ ਹੈ। ਹੰਤਾ ਹੁੰਦਾ ਮਾਰਨ ਵਾਲਾ, ਨਾਸ਼ ਕਰਨ ਵਾਲਾ। ਕਿ ਸਰਬੱਤਰ ਹੰਤਾ ਉੱਪਰ ਸੀ, ਹਾਂ, ਕਿਸ ਉੱਪਰ ਸੀ ਕਿ ਸਰਬੱਤਰ ਕਾਲ ਹੈ, ਤੂੰ ਸਾਰਿਆਂ ਦਾ ਨਾਸ਼ ਕਰਨ ਵਾਲਾ ਹੈ। ਕਿ ਸਰਬੱਤਰ ਪਲ ਹੈ, ਤੂੰ ਸਾਰਿਆਂ ਨੂੰ ਪਾਲਣਾ ਪੋਸ਼ਣਾ ਕਰਨ ਵਾਲਾ ਹੈ। ਸਾਰੇ ਦੇਸ਼ ਤੇਰੇ, ਸਾਰੇ ਭੇਖ ਤੇਰੇ, ਸਾਰਿਆਂ ਨੂੰ ਮਾਰਨ ਵਾਲਾ ਤੂੰ, ਤੇ ਸਾਰਿਆਂ ਨੂੰ ਪਾਲਣ ਵਾਲਾ ਵੀ ਹੈ ਪਰਮਾਤਮਾ ਤੂੰ। ਸਰ ਉਹ ਸਭ ਕੁਛ ਹੀ ਹੈ, ਬਸ ਸਿਰਫ ਇਹ 'ਤੇ ਇੱਕ ਵਿਆਖਿਆ ਹੈ। ਇਹ ਤਾਂ ਇੱਕ ਵਿਆਖਿਆ ਹੈ। ਪਰਮਾਤਮਾ ਹੀ ਸਭ ਕੁਛ ਹੈ। ਉਹਨੇ ਇਹ ਜੀਵ ਬਣਾਏ ਨੇ, ਉਹੀ ਜੀਵਾਂ ਦੇ ਵਿੱਚ ਬੈਠਾ ਹੈ। ਉਹਨੇ ਧਰਤੀਆਂ ਬਣਾਈਆਂ, ਧਰਤੀਆਂ ਦੇ ਵਿੱਚ ਬੈਠਾ ਹੈ। ਉਹਨੇ ਆਕਾਸ਼ ਪਤਾਲ ਪਤਾ ਨਹੀਂ ਕੀ ਕੁਛ ਬਣਾਇਆ, ਸਭ ਦੇ ਵਿੱਚ ਬੈਠਾ ਹੈ। ਇਸ ਲਈ ਉਹ ਸਭ ਕੁਛ ਹੈ ਬਸ। ਇਸ ਲਈ ਪਰਮਾਤਮਾ ਕਿ ਸਰਬੱਤਰ ਦੇਸ ਹੈ, ਸਾਰੇ ਦੇਸ਼ਾਂ ਦੇ ਵਿੱਚ ਹੈ। ਸਾਰੇ ਦੇਸ਼ ਪਰਮਾਤਮਾ ਦੇ ਨੇ। ਕਿ ਸਰਬੱਤਰ ਭੇਸ ਹੈ, ਸਾਰੇ ਭੇਖਾਂ 'ਚ ਉਹ ਹੈ, ਭਾਵ ਸਾਰੇ ਭੇਖ ਉਸੇ ਦੇ ਨੇ। ਕਿ ਸਰਬੱਤਰ ਕਾਲ ਹੈ, ਉਹ ਸਭ ਦਾ ਕਾਲ ਹੈ, ਭਾਵ ਸਭ ਨੂੰ ਮਾਰਨ ਵਾਲਾ ਹੈ। ਕਿ ਸਰਬੱਤਰ ਪਾਲ ਹੈ, ਉਹ ਸਾਰਿਆਂ ਨੂੰ ਪਾਲਣ ਵਾਲਾ ਹੈ, ਪਾਲਣਾ ਪੋਸ਼ਣਾ ਕਰਦਾ। ਕਿ ਸਰਬੱਤਰ ਹੰਤਾ, ਕਿ ਸਰਬੱਤਰ ਗੰਤਾ, ਕਿ ਸਰਬੱਤਰ ਭੇਖੀ। ਕਿ ਸਰਬੱਤਰ ਭੇਖੀ, ਹੰਤਾ ਦਾ ਨਾਸ਼ ਕਰਨ ਵਾਲਾ। ਪਰਮਾਤਮਾ ਸਾਰਿਆਂ ਦਾ ਨਾਸ਼ ਕਰਨ ਵਾਲਾ ਹੈ। ਕਿ ਸਰਬੱਤਰ ਗੰਤਾ, ਗੰਤਾ ਦਾ ਮੁਕਤੀ ਦੇਣ ਵਾਲਾ, ਗਤੀ ਕਰਨ ਵਾਲਾ। ਉਹ ਸਭ ਦੀ ਗਤੀ ਕਰਨ ਵਾਲਾ ਹੈ, ਸਭ ਨੂੰ ਮੁਕਤੀ ਦੇਣ ਵਾਲਾ ਹੈ। ਕਿ ਸਰਬੱਤਰ ਭੇਖੀ, ਉਹ ਸਾਰੇ ਭੇਖਾਂ ਵਾਲਾ ਹੈ। ਕਿਉਂਕਿ ਸਾਰਿਆਂ ਦੇ ਵਿੱਚ ਉਹੀ ਹੈ, ਇਸ ਲਈ ਸਾਰੇ ਭੇਖ ਉਸੇ ਦੇ ਨੇ। ਜੇ ਸਾਰੇ ਭੇਖ ਉਸੇ ਦੇ ਨੇ ਤਾਂ ਸਾਰੇ ਭੇਖਾਂ ਵਿੱਚ ਵੀ ਹੈ। ਕਿ ਸਰਬੱਤਰ ਭੇਖੀ, ਉਹ ਸਾਰੇ ਭੇਖਾਂ ਵਾਲਾ ਹੈ। ਕਿ ਸਰਬੱਤਰ ਭੇਖੀ, ਉਹ ਸਾਰਿਆਂ ਨੂੰ ਦੇਖਣ ਵਾਲਾ ਹੈ। ਭੇਖਣਾ ਹੁੰਦਾ ਦੇਖਣਾ, ਭੇਖੀ ਦੇਖਣ ਵਾਲਾ, ਭੇਖੀ ਭੇਖ ਵਾਲਾ। ਸਾਰੇ ਭੇਖਾਂ ਵਾਲਾ, ਸਭ ਨੂੰ ਵੇਖਣ ਵਾਲਾ ਹੈ। ਸੋ ਇਹ 'ਚ ਇੱਕ ਸ਼ਬਦ ਹੈ ਹੰਤਾ। ਹੰਤਾ ਕਿਸ ਦੂਸਰੇ ਨੂੰ ਮਾਰਨ ਵਾਲਾ। ਉਦਾਹਰਣ ਵੀ ਦਿੰਦੇ, ਜੇ ਸ਼ਿਕਾਰੀ ਹੈ, ਉਹ ਝੁਕਦਾ ਹੈ ਕਾਹਦੇ ਲਈ? ਸ਼ਿਕਾਰ ਮਾਰਨ ਲਈ। ਜਿਵੇਂ ਸ਼ਿਕਾਰੀ ਜਾਨਵਰਾਂ ਨੂੰ ਮਾਰਦਾ ਹੈ, ਇਸ ਤਰ੍ਹਾਂ ਪਰਮਾਤਮਾ ਵੀ ਮਾਰਨ ਵਾਲਾ ਹੈ। ਕਿਉਂਕਿ ਜੇ ਮਾਰੇ ਹੀ ਨਾ ਤਾਂ ਹੁਣ ਤਾਂ ਕੁਰਬਲ ਹੋਏ ਨੇ ਧਰਤੀ 'ਤੇ। ਜੇ ਸਾਰੇ ਜੀਵ ਜੰਮਦੇ ਹੀ ਰਹਿੰਦੇ, ਮਰਦੇ ਹੀ ਨਾ,
ਇਹ ਤਾਂ ਧਰਤੀ ਥਾਂ ਹੀ ਕੋਈ ਨਹੀਂ ਸੀ ਬਚਣਾ। ਪਤਾ ਨਹੀਂ ਇਹੋ ਜਿਹੀ ਕਿੰਨੀਆਂ ਧਰਤੀਆਂ ਬਣਾਉਣੀਆਂ ਪੈਣ ਪਰਮਾਤਮਾ ਨੂੰ, ਪਰ ਨਹੀਂ, ਉਹ ਜਿੱਥੇ ਜਨਮ ਦਿੰਦਾ ਉੱਥੇ ਮਾਰਦਾ ਵੀ ਹੈ। ਕੋਈ ਪੈਦਾ ਹੋ ਰਿਹਾ, ਕੋਈ ਮਰ ਰਿਹਾ। ਸੰਸਾਰ 'ਚ ਇਸੇ ਤਰ੍ਹਾਂ ਹੀ, ਪਰ ਪੈਦਾ ਜ਼ਿਆਦਾ ਹੋ ਰਹੇ ਨੇ, ਮਰ ਘੱਟ ਰਹੇ ਨੇ, ਇਸ ਲਈ ਆਬਾਦੀ ਵੱਧ ਰਹੀ ਹੈ। ਸੰਸਾਰ ਦੀ ਜਾਂ ਦੇਸ਼ਾਂ ਦੀ ਆਬਾਦੀ ਇਸ ਲਈ ਵੱਧ ਰਹੀ ਹੈ ਕਿ ਪੈਦਾ ਜ਼ਿਆਦਾ ਹੋ ਰਹੇ ਨੇ, ਮਰ ਘੱਟ ਰਹੇ ਨੇ। ਜੇ ਕਿਤੇ ਪੈਦਾ ਘੱਟ ਹੁੰਦੇ ਅਤੇ ਮਰਦੇ ਜ਼ਿਆਦਾ ਤਾਂ ਹੁਣ ਆਬਾਦੀ ਸ਼ਾਇਦ ਖਤਮ ਹੋ ਜਾਂਦੀ। ਕੋਈ ਖਤਮ ਹੋ ਜਾਂਦੀ ਸੀ ਨਹੀਂ, ਆਬਾਦੀ ਦਿਨੋਂ ਦਿਨ ਸੰਸਾਰ ਦੀ ਵੱਧ ਰਹੀ ਹੈ। ਇਹਦਾ ਮਤਲਬ ਪੈਦਾ ਜ਼ਿਆਦਾ ਹੋ ਰਹੇ ਨੇ, ਮਰ ਘੱਟ ਰਹੇ। ਇਸ ਲਈ ਪਰਮਾਤਮਾ ਕੇ ਸਰਬੱਤਰ ਹੰਤਾ, ਸਭ ਨੂੰ ਨਾਸ਼ ਕਰਨ ਵਾਲਾ ਹੈ, ਸਭ ਨੂੰ ਮਾਰਨ ਵਾਲਾ ਹੈ। ਸਰਬੱਤਰ ਗੰਤਾ, ਉਹ ਸਾਰਿਆਂ ਨੂੰ ਮੁਕਤੀ ਦੇਣ ਵਾਲਾ ਹੈ। ਕਿ ਸਰਬੱਤਰ ਭੇਖੀ, ਉਹ ਸਾਰੇ ਭੇਖਾਂ ਵਾਲਾ ਹੈ। ਕਿ ਸਰਬੱਤਰ ਭੇਖੀ, ਉਹ ਸਾਰਿਆਂ ਨੂੰ ਵੇਖਣ ਵਾਲਾ ਹੈ। ਅੱਗੇ ਕਹਿੰਦੇ ਕਿ ਸਰਬੱਤਰ ਕਾਜੈ, ਕਿ ਸਰਬੱਤਰ ਰਾਜੈ, ਕਿ ਸਰਬੱਤਰ ਸੁਖ ਹੈ, ਕਿ ਸਰਬੱਤਰ ਭੁੱਖ ਹੈ। ਸਰਬੱਤਰ ਕਾਜੈ, ਉਹ ਸਾਰੇ ਕੰਮ ਕਰਾਉਣ ਵਾਲਾ ਹੈ, ਤਾਂ ਕਿ ਜਿੱਤ ਜਿੱਤ ਲਾਵੋ ਤਿੱਤ ਤਿੱਤ ਲੱਗਣ। ਪਰਮਾਤਮਾ ਨੇ ਜੀਵਨ ਨੂੰ ਅੱਡ ਅੱਡ ਕੰਮਾਂ 'ਚ ਲਾਇਆ ਹੋਇਆ ਹੈ। ਸਾਰੇ ਲੋਕ ਧਾਰਮਿਕ ਨਹੀਂ ਹੋ ਸਕਦੇ, ਸਾਰੇ ਲੋਕ ਨਾਸਤਿਕ ਨਹੀਂ ਹੋ ਸਕਦੇ। ਅੱਡ ਅੱਡ ਕੰਮਾਂ 'ਤੇ ਲਾਇਆ ਨਾ। ਜੇ ਸਾਰੇ ਇੱਕੋ ਜਿਹੇ ਹੁੰਦੇ, ਕੋਈ ਸਵਾਦ ਹੀ ਨਹੀਂ ਜ਼ਿੰਦਗੀ ਦਾ ਆਉਣਾ ਸੀ। ਜਿਨ੍ਹਾਂ ਥਾਵਾਂ 'ਤੇ ਇੱਕੋ ਜਿਹਾ ਮੌਸਮ ਰਹਿੰਦਾ, ਉਹ ਵੀ ਉਕਤਾ ਜਾਂਦੇ ਨੇ। ਦੇਖੋ ਛੁੱਟੀ ਕਿਉਂ ਕੀਤੀ ਹੈ? ਵੀ ਸਾਰੇ ਦਿਨ ਇੱਕੋ ਜਿਹੇ ਨਹੀਂ ਹੋਣੇ ਚਾਹੀਦੇ, ਜੀਅ ਨਹੀਂ ਲੱਗਦਾ। ਹੁਣ ਜਦੋਂ ਲੋਕਡਾਊਨ ਸੀ, ਸਾਰੇ ਅੰਦਰ ਰਹਿ ਗਏ, ਹਾਲਾਂਕਿ ਵਿਹਲੇ ਸਨ, ਪਰ ਨਹੀਂ ਸੀ ਜੀਅ ਲੱਗਦਾ, ਕਿਉਂਕਿ ਇੱਕੋ ਜਿਹਾ ਹੋ ਗਿਆ। ਪਰਿਵਰਤਨ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ। ਜਦੋਂ ਬੰਦਾ ਬਹੁਤ ਕੰਮ ਕਰਦਾ, ਕਹਿੰਦਾ ਯਾਰ ਕਦੋਂ ਛੁੱਟੀ ਹੋਵੇਗੀ, ਸਾਹ ਲਈਏ। ਅਤੇ ਜੇ ਲੋੜ ਤੋਂ ਵੱਧ ਛੁੱਟੀਆਂ ਹੋ ਜਾਣ, ਫਿਰ ਕਹਿੰਦਾ ਕਦੋਂ ਦੁਬਾਰਾ ਦਫ਼ਤਰ ਖੁੱਲ੍ਹੇ ਅਤੇ ਜਾਈਏ। ਇਹ ਮਨੁੱਖ ਕਿਸੇ ਵੀ ਅਵਸਥਾ ਨਾਲ ਸੰਤੁਸ਼ਟ ਨਹੀਂ ਹੁੰਦਾ। ਇਹ ਲਗਾਤਾਰ ਇੱਕੋ ਜਿਹਾ ਜੀਵਨ ਨਹੀਂ ਚਾਹੁੰਦਾ, ਇਹ ਪਰਿਵਰਤਨ ਚਾਹੁੰਦਾ ਹੈ। ਹੁਣ ਕਈ ਦੇਸ਼ ਨੂੰ ਤਾਂ ਹਮੇਸ਼ਾ ਹੀ ਠੰਡ ਰਹਿੰਦੀ ਹੈ, ਉਹ ਕੋਈ ਨਹੀਂ ਉਹਨਾਂ ਨੂੰ ਸਵਾਦ ਆਉਂਦਾ ਉੱਥੇ। ਜਦੋਂ ਕਦੇ ਸਾਡੇ ਦੇਸ਼ 'ਚ ਆਉਂਦੇ, ਆਹਾ, ਕਦੇ ਗਰਮੀ, ਕਦੇ ਸਰਦੀ, ਕਦੇ ਬਸੰਤ, ਕਦੇ ਪਤਝੜ, ਕਦੇ ਬਰਸਾਤ। ਪਿਆ ਬੜਾ ਵਧੀਆ ਦੇਸ਼ ਹੈ, ਭਾਂਤ ਭਾਂਤ ਦੀਆਂ ਰੁੱਤਾਂ ਨੇ ਇੱਥੇ। ਜੇ ਇੱਕ ਪ੍ਰਕਾਰ ਦੀ ਰੁੱਤ ਹੋਵੇ, ਨਹੀਂ ਆਨੰਦ ਆਉਂਦਾ। ਸੋ ਦੇਸ਼ ਦਾ ਸਾਡਾ ਬੜਾ ਵਧੀਆ, ਇਸ ਦਾ ਕੋਈ ਸ਼ੱਕ ਨਹੀਂ ਹੈ। ਪਰ ਹੁਣ ਇਹ ਦੇਸ਼ ਨੂੰ ਚਲਾਉਣ ਵਾਲਿਆਂ ਨੇ ਜਰਾ ਥੋੜ੍ਹਾ ਜਿਹਾ ਹੋਰ ਤਰ੍ਹਾਂ ਨੂੰ ਚਲਾਤਾ, ਨਹੀਂ ਤਾਂ ਦੇਸ਼ ਤਾਂ ਬੜਾ ਵਧੀਆ ਸੀ। ਦੇਖੋ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ। ਕਿਸੇ ਵੇਲੇ ਪੰਜਾਬ ਦੀ ਸਾਰੇ ਹਿੰਦੁਸਤਾਨ 'ਚ ਝੰਡੀ ਹੁੰਦੀ ਸੀ। ਅਸੀਂ ਹੌਲੀ ਹੌਲੀ ਨਿਖਿੱਧ ਹੁੰਦੇ ਗਏ, ਨਿਖਿੱਧ ਹੁੰਦੇ ਗਏ, ਨਿਖਿੱਧ ਹੁੰਦੇ ਗਏ। ਅਤੇ ਹੁਣ ਸਾਡਾ ਪਰ 26ਵਾਂ ਕਿ 27ਵਾਂ ਨੰਬਰ ਹੈਗੇ ਸਾਰੇ ਹਿੰਦੁਸਤਾਨ ਦੇ। ਕਿਤੇ ਪਹਿਲੇ ਨੰਬਰ 'ਤੇ ਸੀ। ਕਿਸੇ ਨੇ ਨਹੀਂ ਕੁਛ ਕੀਤਾ, ਅਸੀਂ ਆਪ ਹੀ ਨਿਖਿੱਧ ਹੁੰਦੇ ਗਏ, ਹੁੰਦੇ ਗਏ, ਹੁੰਦੇ ਗਏ। ਪੰਜਾਬੀ ਦਾ ਤਾਂ ਆਹ ਹਾਲ ਹੋ ਗਿਆ ਕਿ ਸਾਨੂੰ ਤਾਂ ਵੇਖ ਕੇ ਨਹੀਂ ਲਿਖਣਾ ਆਉਂਦਾ। ਦੱਸੋ, ਆਹ ਹਾਲ ਪੰਜਾਬੀ ਦਾ ਪੰਜਾਬ 'ਚ ਹੋ ਗਿਆ। ਮੈਂ ਕੋਈ ਜਦੋਂ ਮੈਂ ਟੀਚਰ ਲੱਗਾ ਸੀ, ਅੱਜ ਤੋਂ 20 ਸਾਲ ਪਹਿਲਾਂ, ਹੁਣ ਤਾਂ 20 ਸਾਲ ਤਾਂ ਰਿਟਾਇਰ ਹੋਏ ਹੀ ਹੋ ਗਏ ਨੇ। ਮੈਂ ਲੜਕਿਆਂ ਨੂੰ ਇੱਕ ਇੱਕ ਕਾਗਜ਼ ਫੋਟੋ ਸਟੇਟ ਕਰਕੇ ਦਿੱਤਾ ਵੀ ਇਹਨੂੰ ਲਿਖ ਕੇ ਮੈਨੂੰ ਵਿਖਾਓ, ਵੇਖ ਕੇ ਲਿਖੋ, ਵੇਖ ਕੇ ਲਿਖੋ ਅਤੇ ਮੈਨੂੰ ਦਿਓ। ਕਿਸੇ ਨੇ 6 ਗਲਤੀਆਂ ਕੀਤੀਆਂ, ਇੱਕ ਸਮੇਂ ਕਿਸੇ ਨੇ 7 ਕੀਤੀਆਂ। ਮੈਂ ਤੁਸੀਂ ਨਕਲ ਕੀ ਸੁਆਹ ਮਾਰੋਗੇ? ਨਕਲ ਤਾਂ ਡਰ ਵੀ ਹੁੰਦਾ, ਕੋਈ ਆ ਨਾ ਜਾਏ। ਤੁਹਾਡੇ ਸਾਹਮਣੇ ਮੈਂ ਦਿੱਤਾ ਤੁਹਾਨੂੰ, ਕੋਈ ਡਰ ਵੀ ਨਹੀਂ ਵੀ ਇਹਨੂੰ ਵੇਖ ਕੇ ਤੁਸੀਂ ਲਿਖੋ, ਅਤੇ ਤੁਹਾਨੂੰ ਤਾਂ ਵੇਖ ਕੇ ਨਹੀਂ ਲਿਖਣਾ ਆਉਂਦਾ। ਇਹ ਤਾਂ 30 ਸਾਲ ਪਹਿਲਾਂ ਦੀ ਗੱਲ, ਹੁਣ ਤਾਂ ਕੱਖ ਵੀ ਨਹੀਂ ਆਉਂਦਾ। ਆ ਮੈਂ ਕਿਤਾਬ ਛਪਾ ਰਿਹਾ, ਦੇਖ ਕੇ ਨਹੀਂ ਲਿਖਣਾ ਆਉਂਦਾ। ਦੱਸੋ ਉਸਨੂੰ। ਮੈਂ ਜੇ ਮੈਂ ਹੁੰਦਾ, ਮੈਂ ਤਾਂ ਕਦੋਂ ਦੀ ਨੌਕਰੀ ਤੋਂ ਕੱਢ ਦਿੰਦਾ। ਪੈ ਗਿਆ ਮੈਨੂੰ।
ਮੈਂ ਤਾਂ ਨੌਕਰੀ ਬਣ ਚਲੋ ਤੁਰਦਾ ਬਣ ਕਿਆ ਗੰਦ ਬੰਦ ਇਕੱਠਾ ਕੀਤਾ ਇੱਥੇ। ਤੁਹਾਨੂੰ ਵੇਖ ਕੇ ਨਹੀਂ ਲਿਖਣਾ ਆਉਂਦਾ, ਇੱਕ ਲਾਈਨ 'ਚ 3 ਗਲਤੀਆਂ ਕੀਤੀਆਂ ਹੋਈਆਂ, ਵੇਖ ਕੇ ਲਿਖਣਾ ਆਉਂਦਾ। ਮੇਰਾ ਕਿੰਨਾ ਕੰਮ ਵਧਾਤਾ ਹੈ। ਮੈਨੂੰ ਕੋਈ ਨਹੀਂ, ਪੇਮੈਂਟ ਮੈਂ ਹੀ ਕਰਨੀ, ਤੁਸੀਂ ਮੈਨੂੰ ਦੁਖੀ ਕੀਤਾ। ਰੱਦੀ ਜਿਹੜੇ ਬੰਦੇ ਇਕੱਠੇ ਕੀਤੇ ਨੇ ਪ੍ਰੈਸ ਵਾਲਿਆਂ ਨੇ, ਵੀ ਤੁਹਾਨੂੰ ਕੋਈ ਚਾਹੀਦਾ ਮੁੰਡਾ ਟੱਕਰ ਦਾ, ਕਈ ਪੰਜਾਬੀ ਆਉਂਦੀ ਨਹੀਂ ਮੁੰਡਿਆਂ ਨੂੰ, ਕਿਆ ਕਰੀ। ਹੈ ਵੀ ਠੀਕ ਹੈ, ਸਾਇੰਸ ਵਾਲ ਤਾਂ ਪੰਜਾਬੀ ਆਉਂਦੀ ਕੋਈ ਨਹੀਂ, ਇਹ ਤਾਂ ਫਿਜ਼ਿਕਸ ਪੜ੍ਹ ਲਈ, ਕੈਮਿਸਟਰੀ ਪੜ੍ਹ ਲਈ, ਬਾਇਓਲੋਜੀ ਪੜ੍ਹ ਲਈ, ਇਹੋ ਜਿਹੇ ਪੜ੍ਹ ਲਏ, ਪੰਜਾਬੀ ਤਾਂ ਆਉਂਦੀ ਕੋਈ ਨਹੀਂ। ਸਤਿ ਸ੍ਰੀ ਅਕਾਲ ਹੋ ਗਈ। ਵੇਖ ਕੇ ਨਹੀਂ ਲਿਖਣਾ ਹੁੰਦਾ, ਹੈਰਾਨੀ ਦੀ ਗੱਲ ਹੈ। ਮੇਰਾ ਨਾਂ ਜੈਮਲ ਸਿੰਘ ਹੈ, ਲੈ ਵੇਖ ਕੇ ਜੈਮਲ ਸਿੰਘ ਨਹੀਂ ਲਿਖਣਾ, ਜਰਨੈਲ ਸਿੰਘ ਲਿਖ ਦਿੰਦੇ ਹੈ ਨਾ, ਅੰਨੇ। ਮੈਂ ਪੰਜਾਬ ਦੇ ਲੋਕਾਂ ਅੰਨੇ ਕਹਿਣਾ, ਮੈਂ ਤੁਸੀਂ ਤਾਂ ਅੰਨੇ ਹੋ, ਇਸ ਲਈ ਇੰਨੇ ਐਕਸੀਡੈਂਟ ਹੋ ਰਹੇ ਨੇ, ਤੁਹਾਨੂੰ ਆਉਂਦਾ ਹੀ ਕੱਖ ਨਹੀਂ। ਹਰਿਆਣੇ ਦਾ ਬੰਦਾ ਆ ਕੇ ਤੁਹਾਨੂੰ ਪੰਜਾਬੀ ਪੜ੍ਹਾ ਰਿਹਾ, ਹਰਿਆਣੇ ਦਾ ਬੰਦਾ ਆ ਕੇ ਤੁਹਾਨੂੰ ਪੜ੍ਹ ਸਿਖਾ ਰਿਹਾ ਹੈ, ਤਾਂ ਤੁਸੀਂ ਫਿਰ ਕੀ ਹੋ ਜੀ? ਮੈਂ ਤਾਂ ਹਰਿਆਣੇ ਦਾ ਅਤੇ ਪੰਜਾਬ ਜਾ ਕੇ ਪੜ੍ਹਾਉਂਦਾ ਰਿਹਾ। ਜਿਵੇਂ ਅਸੀਂ ਅੰਗਰੇਜ਼ਾਂ ਨੂੰ ਜਾ ਕੇ ਅੰਗਰੇਜ਼ੀ ਪੜ੍ਹਾਈਏ, ਅੰਗਰੇਜ਼ਾਂ ਨੂੰ ਅੰਗਰੇਜ਼ੀ ਕੋਈ ਨਹੀਂ ਆਉਂਦੀ, ਉਹਨੂੰ ਬੋਲਣੀ ਆਉਂਦੀ ਹੈ, ਜੇ ਸਾਨੂੰ ਪੰਜਾਬੀ ਬੋਲਣੀ ਆਉਂਦੀ, ਉਹਦੀ ਬੋਲਣੀ ਪੰਜਾਬੀ, ਪਰ ਸਾਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ, ਪਰ ਸਾਨੂੰ ਚੱਜ ਨਾਲ ਪੜ੍ਹਨੀ ਨਹੀਂ ਆਉਂਦੀ, ਅਤੇ ਲਿਖਣੀ ਕਿੱਥੇ? ਹੈਰਾਨੀ ਗੱਲ, ਜੇ ਦੇਖ ਕੇ ਨਹੀਂ ਲਿਖਣਾ ਆਉਂਦਾ, ਉਂਝ ਕੀ ਲਿਖਣਗੇ? ਪਤਾ ਨਹੀਂ ਕੀ ਪੇਪਰਾਂ 'ਚ ਲਿਖਦੇ ਹੋਣਗੇ, ਅੱਲਾ ਜਾਣੇ। ਹਾਂਜੀ, ਅਤੇ ਵੇਖਣ ਵਾਲਾ ਪਤਾ ਨਹੀਂ ਕਿਵੇਂ ਇਹਨਾਂ ਨੂੰ ਨੰਬਰ ਦਿੰਦਾ ਹੋਏਗਾ। ਨੰਬਰ 98%, 99%, ਆ ਕਈ ਇਹਦੇ 100% ਵੀ ਆ ਗਏ ਨੇ, 100% ਵੀ ਆ ਗਏ। ਹਾਲੇ ਸੋਚਦੇ ਵੀ ਸਾਰੇ 100%, ਟੋਟਲ 100% ਕਿਵੇਂ ਆ ਗਿਆ? ਉਹ ਗੌਰਮੈਂਟ ਨੇ ਗ੍ਰੇਸ ਮਾਰਕਸ ਦਿੰਦੇ ਕੁਝ, ਜੇ ਪੇਪਰ ਔਖਾ ਹੋ ਨਾ, ਜੇ ਸਾਰਿਆਂ ਨੂੰ 5 ਦੇਤੇ, ਮੰਨ ਲਓ ਦੇ ਪਹਿਲਾਂ 95 ਸਨ ਨੰਬਰ, 5 ਮਿਲ ਗਏ, 100 ਹੋ ਗਿਆ ਐਂ ਕਿਸ ਤਰ੍ਹਾਂ ਹੁੰਦੇ? ਨਹੀਂ ਤਾਂ ਸਾਰੇ ਪੇਪਰਾਂ 'ਚੋਂ 100% ਨੰਬਰ ਲੈਣੇ ਅਸੰਭਵ ਹੈ। ਕਿਵੇਂ ਹੋ ਸਕਦਾ ਵੀ 100 'ਚ 100 ਸਾਰੇ ਪੇਪਰਾਂ 'ਚ ਕੋਈ ਲੈ ਗਿਆ ਹੈ? ਦੇਖ ਕੇ ਤੈਨੂੰ ਲਿਖਣਾ ਨਹੀਂ ਆਉਂਦਾ। ਉਹ ਪਤਾ ਨਹੀਂ ਕਿਹੋ ਜਿਹੇ ਲੋਕ ਹੋਣਗੇ ਜਿਹੜੇ ਇੰਨੇ ਨੰਬਰ ਲੈ ਗਏ ਨੇ। ਸੋ ਪੰਜਾਬੀ ਤਾਂ ਆਉਂਦੀ ਕੋਈ ਨਹੀਂ, ਬਾਕੀ ਤਾਂ ਮੈਨੂੰ ਪਤਾ ਕੋਈ ਨਹੀਂ ਕਿਸੇ ਨੂੰ ਕੁਛ ਆਉਂਦਾ ਕਿ ਨਹੀਂ। ਪੰਜਾਬੀ ਤਾਂ ਆਉਂਦੇ ਨਹੀਂ, ਇਹ ਤਾਂ ਮੈਂ ਦੇਖ ਲੈਤੇ। ਸੋ ਗੁਰੂ ਮਹਾਰਾਜ ਕਹਿੰਦੇ, ਸੋ ਮੈਂ ਕਹਤਾ, ਮੈਂ ਕਹਿੰਦਾ ਕਿਆ ਤੁਸੀਂ ਨਕਲ ਮਾਰੋਗੇ? ਤੁਹਾਡੇ ਅੱਗੇ ਕਾਗਜ਼ ਰੱਖਿਆ ਹੋਇਆ, ਉਹਨੂੰ ਵੇਖ ਕੇ ਤੁਹਾਨੂੰ ਲਿਖਣਾ ਨਹੀਂ ਆਉਂਦਾ, ਕੀ ਤੁਸੀਂ ਨਕਲ ਮਾਰ ਕੇ ਰੰਗ ਲਾਓਗੇ? ਇੱਕ ਵਾਰੀ ਸਰਕਾਰ ਨੇ ਕਰਤਾ ਵੀ ਕੋਈ ਵੀ 10ਵੀਂ 'ਚ ਬਹਿ ਜਾਓ, ਸਿੱਧਾ ਹੀ। ਉਹ 2.5 ਜਮਾਤਾਂ ਪੜ੍ਹੇ ਵੀ 10ਵੀਂ 'ਚ ਬਹਿ ਗਿਆ ਜੀ, ਇੱਕ ਬਹਿ ਗਿਆ ਜੀ। ਉਹਦਾ ਬਾਪ ਸਾਡੇ ਟੀਚਰ ਕੋਲ ਆਇਆ ਜੀ, ਥੋੜ੍ਹਾ ਜਿਹਾ ਖਿਆਲ ਰੱਖਿਓ ਜੀ, ਖਿਆਲ ਰੱਖਿਓ। ਉਹ ਕਹਿੰਦਾ ਚੰਗਾ ਭਾਈ ਬਾਹਰੋਂ ਭੇਜ ਦਿਆ ਕਰੋ, ਖਿੜਕੀ ਕੋਲ ਮੈਂ ਬਿਠਾ ਦਿੰਦਾ, ਬਾਹਰੋਂ ਭੇਜ ਦਿਆ ਕਰੋ। ਕਿਸੇ ਨੇ ਕਾਹਲੀ ਦੇ ਵਿੱਚ ਨਾ ਜੀ, ਜਿਹੜਾ ਜੇਬ ਦੇ ਵਿੱਚ ਉਹ ਪਰਚੀ ਸੀ, ਨਾਲ ਹੀ ਇਹ ਬਿਜਲੀ ਦਾ ਬਿੱਲ ਸੀ। ਉਹ ਕਿੰਨੀ ਦੇਰ ਬਿਜਲੀ ਦਾ ਬਿੱਲ ਹੀ ਉਤਾਰੀ ਗਿਆ, ਉਹਨੂੰ ਪਤਾ ਹੀ ਨਹੀਂ ਵੀ ਬਿਜਲੀ ਦਾ ਬਿੱਲ ਹੈ। ਉਹ ਕਹਿੰਦਾ ਤੂੰ ਬੜੀ ਦੇਰ ਲਾਤੀ ਹੈ, ਪ੍ਰਸ਼ਨ ਨਹੀਂ ਕੀਤਾ। ਕਹਿੰਦਾ ਅੱਖਰ ਬੜੇ ਬਰੀਕ ਨੇ। ਉਹ ਕਹਿੰਦਾ ਦਿਖਾਈ ਕੀ ਕਰ? ਕਹਿੰਦਾ ਗਧਿਆ ਤੂੰ ਤਾਂ ਬਿਜਲੀ ਦੇ ਬਿੱਲ ਦੀ ਨਕਲ ਕਰੀ ਜਾ ਰਿਹਾ। ਇਹੋ ਜਿਹਾ ਵੀ ਹਾਲ ਹੈ। ਹਾਂਜੀ, ਸੋ ਚਲੋ ਦਾਤਾ ਭਲੀ ਕਰੇ। ਹਾਂਜੀ, ਪੰਜਾਬ ਦਾ ਆਪੇ ਹੀ ਪੱਠਾ ਪੁੱਠਾ ਬਹਿ ਗਿਆ। ਹਾਂਜੀ, ਲੱਗੇ ਅਸੀਂ ਪੱਠਾ ਬਿਠਾਉਣ 'ਤੇ। ਹਾਂਜੀ, ਦੇਖੋ ਦਾਤਾ ਕਦੋਂ ਇਹਦੀ ਸੁਰਤ ਲੈ ਗਿਆ ਪੰਜਾਬ ਦੀ। ਸੋ ਗੁਰੂ ਮਹਾਰਾਜ ਕਹਿੰਦੇ ਸਰਬਤਰ ਕਾਜੈ, ਸਾਰੇ ਕਾਰਜ ਕਰਨ ਵਾਲਾ, ਕਰਾਉਣ ਵਾਲਾ ਤੂੰ ਹੀ ਹੈ। ਕਿ ਸਰਬਤਰ ਰਾਜਾ, ਤੂੰ ਸਾਰਿਆਂ ਦਾ ਰਾਜਾ ਹੈ। ਕਿ ਸਰਬਤਰ ਸੁੱਖ ਹੈ, ਸੁੱਖ ਹੁੰਦਾ ਸੁਕਾ ਦੇਣ ਵਾਲਾ, ਭਾਵ ਇੱਥੇ ਮਾਰਨ ਵਾਲਾ, ਤੂੰ ਸਾਰਿਆਂ ਨੂੰ ਮਾਰਨ ਵਾਲਾ। ਕਿ ਸਰਬਤਰ ਭੁੱਖ ਹੈ, ਭੁੱਖ ਹੁੰਦਾ ਪਾਲਣਾ ਕਰਨਾ, ਤੂੰ ਸਭ ਦੀ ਪਾਲਣਾ ਕਰਨ ਵਾਲਾ। ਇਹਦੀ ਕਹਿੰਦੇ ਪਾਲਣਾ ਪੋਸ਼ਣ, ਉਹ ਪੋਸ਼ਣ ਤੋਂ ਭੁੱਖ ਹੈ ਬਣਿਆ ਹੈ। ਸੁੱਖ ਦਾ ਸ਼ਬਦ ਇਹ ਤੇ ਸੁਕਾ ਦੇਣ ਵਾਲਾ, ਭਾਵ ਮਾਰ ਦੇਣ ਵਾਲਾ। ਭੁੱਖ ਹੁੰਦਾ ਪਾਲਣਾ ਕਰਨ ਵਾਲਾ। ਸੋ ਕਿ ਸਰਬਤਰ ਕਾਜੈ, ਹੇ ਪਰਮਾਤਮਾ ਤੂੰ ਸਾਰੇ ਕੰਮਾਂ ਦੇ ਵਿੱਚ ਆਪ ਹੈ। ਕਿ ਸਰਬਤਰ ਰਾਜਾ, ਤੂੰ ਸਾਰਿਆਂ ਦਾ ਰਾਜਾ ਹੈ। ਕਿ ਸਰਬਤਰ ਸੁੱਖ ਹੈ, ਤੂੰ ਸਾਰਿਆਂ ਨੂੰ ਸੁਕਾ ਦੇਣ ਵਾਲਾ ਹੈ, ਭਾਵ ਤੂੰ ਸਾਰਿਆਂ ਨੂੰ ਮਾਰਨ ਵਾਲਾ ਹੈ। ਕਿ ਸਰਬਤਰ ਭੁੱਖ ਹੈ,
ਤੂੰ ਸਾਰਿਆਂ ਨੂੰ ਪਾਲਣ ਕਰਨ ਵਾਲਾ ਹੈ, ਪਾਲਣ ਵਾਲਾ ਹੈ। ਅੱਗੇ ਕਹਿੰਦੇ ਕਿ ਸਰਬਤਰ ਤਰਾਣੇ, ਕਿ ਸਰਬਤਰ ਪੁਰਾਣੇ, ਸਰਬਤਰ ਦੇਸੈ, ਕਿ ਸਰਬਤਰ ਭੇਸੈ। ਬਹੁਤ ਸਾਰੇ ਸ਼ਬਦ ਜਿਹੜੇ ਨੇ ਇਹ ਜਾਸ ਵਾਰੀ ਵਾਰੀ ਰਿਪੀਟ ਕੀਤੇ ਹੋਏ ਨੇ। ਕਈ ਲਾਈਨਾਂ ਪੂਰੀ ਦੇ ਪੂਰੀਆਂ ਰਿਪੀਟ ਕੀਤੀਆਂ ਹੋਈਆਂ, ਦੁਹਰਾਈਆਂ ਗਈਆਂ ਨੇ। ਬਹੁਤ ਸਾਰੇ ਸ਼ਬਦ ਵਾਰੀ ਵਾਰੀ ਦੁਹਰਾਏ ਗਏ ਹਨ। ਕਿ ਸਰਬਤਰ ਤਰਾਣੇ, ਤਰਾਣ ਤਾਕਤ ਨੂੰ ਕਹਿੰਦੇ। ਇੱਧਰ ਤਾਣ ਕਹਿੰਦੇ ਸਨ, ਪਾਕਿਸਤਾਨ ਤਰਾਣ ਕਹਿੰਦੇ ਸਨ, ਤਾਕਤ ਨੂੰ ਕਹਿੰਦੇ ਤਰਾਣ। ਕਿ ਸਰਬਤਰ ਤਰਾਣੇ, ਹੇ ਪ੍ਰਮਾਤਮਾ ਤੂੰ ਸਾਰਿਆਂ ਨੂੰ ਤਾਕਤ ਦੇਣ ਵਾਲਾ ਹੈ। ਜੇ ਕੋਈ ਬਹੁਤਾ ਤਾਕਤਵਰ ਹੈ ਤਾਂ ਆਪਣੇ ਮਾਣ ਨਾ ਕਰੇ, ਤਾਕਤ ਤੂੰ ਉਹਨੂੰ ਦਿੱਤੀ ਹੈ, ਤਾਕਤ ਤੂੰ ਦਿੱਤੀ ਹੈ। ਕਿਸੇ ਨੂੰ ਬਲ ਦਿੱਤਾ ਹੈ, ਤਾਕਤ ਦਿੱਤੀ ਹੈ, ਕਿਸੇ ਨੂੰ ਗਿਆਨ ਦਿੱਤਾ ਹੈ, ਕਿਸੇ ਨੂੰ ਅਕਲ ਦਿੱਤੀ ਹੈ, ਕਿਸੇ ਚਾਹੇ ਚਾਰ ਦਿੱਤੇ, ਕਿਸੇ ਨੂੰ ਲੰਮਾ ਕਰ ਦਿੱਤਾ ਹੈ, ਕਿਸੇ ਨੂੰ ਮਧਰਾ ਕਰ ਦਿੱਤਾ ਹੈ, ਕਿਸੇ ਨੂੰ ਗੋਰਾ, ਕਿਸੇ ਨੂੰ ਕਾਲਾ, ਸਭ ਉਹਦੀ ਹੈ। ਕਿ ਸਰਬਤਰ ਤਰਾਣੇ, ਹੇ ਪ੍ਰਮਾਤਮਾ ਸਭ ਨੂੰ ਤਾਕਤ ਦੇਣ ਵਾਲਾ ਤੂੰ ਹੈ। ਕਿ ਸਰਬਤਰ ਪੁਰਾਣੇ, ਤੂੰ ਸਾਰਿਆਂ ਦੀ ਜਿੰਦ ਜਾਨ ਹੈ। ਪ੍ਰਾਣ ਜਿੰਦ ਜਾਨ, ਹਲਕਾ ਫਲਾਣ ਦੇ ਜੇ ਪ੍ਰਾਣ ਨਿਕਲ ਗਏ, ਜਾਨ ਨਿਕਲ ਗਈ। ਸਾਰਿਆਂ ਨੂੰ ਪ੍ਰਾਣ ਦੇਣ ਵਾਲਾ ਤੂੰ ਹੈ, ਤੂੰ ਸਾਰਿਆਂ ਦਾ ਪ੍ਰਾਣ ਹੈ, ਤੂੰ ਸਾਰਿਆਂ ਦੀ ਜਿੰਦ ਜਾਨ ਹੈ। ਸਰਬਤਰ ਦੇਸੈ, ਸਾਰੇ ਦੇਸ਼ ਤੇਰੇ ਨੇ, ਭਾਵ ਤੂੰ ਸਾਰੇ ਦੇਸ਼ਾਂ ਦੇ ਵਿੱਚ ਰਹਿਣ ਵਾਲਾ ਹੈ। ਕਿ ਸਰਬਤਰ ਭੇਸੈ, ਤੂੰ ਸਾਰੇ ਭੇਖਾਂ ਵਾਲਾ ਹੈ, ਤੂੰ ਸਾਰੇ ਭੇਖਾਂ ਵਾਲਾ ਹੈ, ਤੂੰ ਸਾਰੇ ਭੇਖਾਂ ਦੇ ਵਿੱਚ ਰਹਿੰਦਾ ਹੈ। ਦੇਖੋ ਪਹਿਲਾਂ ਵੀ ਆ ਗਿਆ, ਦੇਸ਼ ਵੀ ਆ ਗਿਆ, ਭੇਸ ਵੀ ਆ ਗਿਆ। ਕਿ ਸਰਬਤਰ ਮਾਨਿਆ, ਸदैवं ਪ੍ਰਧਾਨਿਆ, ਕਿ ਸਰਬਤਰ ਜਾਪਿਆ, ਕਿ ਸਰਬਤਰ ਥਾਪਿਆ। ਮਾਨਿਆ ਪਹਿਲਾਂ ਵੀ ਸ਼ਬਦ ਆਇਆ ਸੀ। ਸਾਰੇ ਤੈਨੂੰ ਮੰਨਦੇ ਹਨ, ਸਾਰੇ ਤੇਰੀ ਪੂਜਾ ਕਰਦੇ ਹਨ। ਹਲਕੇ ਫਲਾਣੇ ਬੰਦੇ ਦੀ ਬੜੀ ਮਾਨਤਾ ਹੈ ਜੀ, ਇਹ ਜੀ ਫਲਾਣੇ ਨੂੰ ਮੰਨਦਾ ਹੈ, ਪੂਜਾ ਕਰਦਾ ਫਲਾਣੇ। ਕਿ ਸਰਬਤਰ ਮਾਨਿਆ, ਸਾਰੇ ਤੇਰੀ ਪੂਜਾ ਕਰਦੇ ਹਨ, ਤੂੰ ਸਭ ਦੇ ਪੂਜਣ ਯੋਗ ਹੈ। ਸदैवं ਪ੍ਰਧਾਨਿਆ, ਤੂੰ ਸदैवं ਸਦਾ ਹੀ, ਤੂੰ ਸਦਾ ਹੀ ਸਭ ਦਾ ਪ੍ਰਧਾਨ ਹੈ, ਭਾਵ ਸਭ ਤੋਂ ਵੱਡਾ ਹੈ। ਵੱਡੇ ਨੂੰ ਪ੍ਰਧਾਨ ਕਹਿੰਦੇ। ਸदैवं ਤੇ ਸਦਾ ਹੀ, ਤੂੰ ਸਦਾ ਹੀ ਸਭ ਦਾ ਪ੍ਰਧਾਨ ਹੈ, ਸਭ ਤੋਂ ਵੱਡਾ ਹੈ, ਸਭ ਦਾ ਮੁਖੀਆ ਹੈ। ਕਿ ਸਰਬਤਰ ਜਾਪਿਆ, ਸਾਰੇ ਤੇਰਾ ਜਾਪ ਕਰਦੇ ਨੇ। ਕੋਈ ਨਾਮ ਲੈ ਕੇ ਉਹਦਾ ਜਾਪ ਕਰ ਰਿਹਾ, ਕੋਈ ਨਾਮ ਲੈ ਕੇ ਉਹਦਾ ਜਾਪ ਕਰ ਰਿਹਾ ਹੈ। ਸਭ ਥਾਵਾਂ 'ਤੇ ਤੇਰਾ ਨਾਮ ਜਪਿਆ ਜਾ ਰਿਹਾ ਹੈ। ਕਿ ਸਰਬਤਰ ਥਾਪਿਆ, ਤੂੰ ਸਾਰਿਆਂ ਦੇ ਵਿੱਚ ਵਿਰਾਜਮਾਨ ਹੈ। ਵਿਰਾਜਮਾਨ ਕਿਉਂਕਿ ਬਣਾਉਣ ਵਾਲਾ ਤੂੰ ਹੈ, ਤੂੰ ਹੈ ਪੁਰਖ। ਗੁਰਬਾਣੀ ਪਰਮਾਤਮਾ ਨੂੰ ਪੁਰਖ ਗਿਆ। ਪੁਰਖ ਦਾ ਸ਼ਬਦੀ ਅਰਥ ਹੈ ਜੋ ਆਪਣੀ ਰਚਨਾ ਦੇ ਵਿੱਚ ਵਿਰਾਜਮਾਨ ਹੈ, ਉਹਨੂੰ ਕਹੇ ਪੁਰਖ। ਹੁਣ ਪਰਮਾਤਮਾ ਨੇ ਸਭ ਕੁਛ ਬਣਾਇਆ ਹੈ, ਇਸ ਲਈ ਹਰ ਇੱਕ ਦੇ ਵਿੱਚ ਪਰਮਾਤਮਾ ਵਿਰਾਜਮਾਨ ਹੈ। ਕਿ ਸਰਬਤਰ ਥਾਪਿਆ, ਕਿ ਤੂੰ ਸਾਰਿਆਂ ਦੇ ਵਿੱਚ ਵਿਰਾਜਮਾਨ ਹੈ, ਸਾਰਿਆਂ ਦੇ ਵਿੱਚ ਵਸਦਾ ਹੈ। ਸੋ ਮਾਨਿਆ ਹੁੰਦਾ ਮਾਨ ਯੋਗ, ਪੂਜਣ ਯੋਗ। ਪ੍ਰਧਾਨਿਆ ਪ੍ਰਧਾਨ, ਮੁਖੀਆ। ਜਾਪਿਆ ਹੁੰਦਾ ਜਾਪ ਕਰਨਾ। ਥਾਪਿਆ ਹੁੰਦਾ ਵਿਰਾਜਮਾਨ ਹੋਣਾ। ਥਾਪਿਆ ਬਣਾਉਣਾ, ਸਥਾਪਿਤ ਕਰਨਾ ਵੀ ਹੁੰਦਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਪਰਮਾਤਮਾ ਨੂੰ ਬਣਾਇਆ ਨਹੀਂ ਜਾ ਸਕਦਾ, ਪਰਮਾਤਮਾ ਨੂੰ ਥਾਪਿਆ ਨਹੀਂ ਜਾ ਸਕਦਾ, ਪਰ ਉਹ ਸਭ ਥਾਂ 'ਤੇ ਵਿਰਾਜਮਾਨ ਹੈ। ਥਾਪਣ 'ਤੇ ਇੱਥੇ ਮਤਲਬ ਹੈ ਜਿਵੇਂ ਆਪਾਂ ਕੋਈ ਮੂਰਤੀ ਮੰਦਰ ਦੇ ਵਿੱਚ ਲਿਆ ਕੇ ਸਥਾਪਿਤ ਕਰਦੀ ਹੈ, ਇਸ ਤਰ੍ਹਾਂ ਪਰਮਾਤਮਾ ਦੀ ਕੋਈ ਮੂਰਤੀ ਬਣਾ ਕੇ ਉਹਨੂੰ ਥਾਪਿਆ ਨਹੀਂ ਜਾ ਸਕਦਾ, ਪਰ ਉਹ ਸਾਰਿਆਂ ਨੂੰ ਥਾਪਣ ਵਾਲਾ ਹੈ, ਉਹ ਸਾਰਿਆਂ ਨੂੰ ਬਣਾਉਣ ਵਾਲਾ ਹੈ ਅਤੇ ਸਾਰਿਆਂ ਦੇ ਵਿੱਚ ਵਿਰਾਜਮਾਨ ਹੈ। ਕਿ ਸਰਬਤਰ ਭਾਨੈ, ਕਿ ਸਰਬਤਰ ਮਾਨੈ,
ਕਿ ਸਰਬਤਰ ਇੰਦਰੈ, ਕਿ ਸਰਬਤਰ ਚੰਦਰੈ। ਭਾਨ ਸੂਰਜ ਨੂੰ ਕਹਿੰਦੇ, ਇੱਥੇ ਹੈ ਪ੍ਰਕਾਸ਼ ਦੇਣ ਵਾਲਾ। ਸੂਰਜ ਪ੍ਰਕਾਸ਼ ਦਿੰਦਾ ਨਾ, ਕਿ ਸਰਬਤਰ ਭਾਨੈ, ਤੂੰ ਸਾਰੀਆਂ ਥਾਵਾਂ 'ਤੇ ਪ੍ਰਕਾਸ਼ ਦੇਣ ਵਾਲਾ ਹੈ। ਤੇਰੀ ਪ੍ਰਕਾਸ਼ ਹੈ ਸਭ ਥਾਵਾਂ 'ਤੇ। ਸਰਬਤਰ ਭਾਨੈ, ਤੂੰ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ। ਸਾਰੀਆਂ ਥਾਵਾਂ 'ਤੇ ਤੇਰਾ ਹੀ ਪ੍ਰਕਾਸ਼ ਹੈ। ਕਿ ਸਰਬਤਰ ਮਾਨੈ, ਇਹ ਪਹਿਲਾਂ ਵੀ ਇਹ ਮਾਨੈ, ਮਾਨਿਆ ਇੱਕੋ ਹੀ ਗੱਲ। ਸਾਰੇ ਤੇਰੀ ਪੂਜਾ ਕਰਦੇ ਹਨ, ਸਭ ਥਾਵਾਂ ਤੂੰ ਪੂਜਨੀਕ ਹੈ। ਮਾਨਿਆ, ਸਾਰੇ ਤੈਨੂੰ ਮੰਨਦੇ ਹਨ, ਤੇਰੀ ਪੂਜਾ ਕਰਦੇ ਹਨ, ਤੂੰ ਸਭ ਦਾ ਪੂਜਨੀਕ ਹੈ, ਤੂੰ ਪੂਜਨ ਯੋਗ ਹੈ। ਕਿ ਸਰਬਤਰ ਇੰਦਰ ਹੈ, ਇੰਦਰ ਰਾਜੇ ਨੂੰ ਕਹਿੰਦੇ। ਇੰਦਰ ਨਾਮ ਨਹੀਂ ਹੈ। ਜੋ ਸਵਰਗ ਦਾ ਰਾਜਾ ਉਹਨਾਂ ਨੂੰ ਕਹਿੰਦੇ ਇੰਦਰ, ਇੰਦਰ ਰਾਜਾ ਹੈ। ਸਰਬਤਰ ਇੰਦਰ ਹੈ, ਤੂੰ ਸਾਰਿਆਂ ਦਾ ਰਾਜਾ ਹੈ। ਤਾਂ ਕਿ ਰਾਜਾਨ ਰਾਜ, ਤੂੰ ਤੇ ਰਾਜਿਆਂ ਦਾ ਰਾਜਾ ਹੈ। ਹੇ ਪਰਮਾਤਮਾ, ਤੂੰ ਸਾਰਿਆਂ ਦਾ ਰਾਜਾ ਹੈ। ਸਰਬਤਰ ਚੰਦਰ ਹੈ, ਚੰਦਰ ਚਾਨਣ ਨੂੰ ਕਹਿੰਦੇ ਨੇ, ਚਾਨਣ ਦੇਣ ਵਾਲਾ। ਜਿਵੇਂ ਭਾਨ ਸੂਰਜ ਹੈ, ਪ੍ਰਕਾਸ਼ ਦੇਣ ਵਾਲਾ। ਚੰਦਰ ਹੈ, ਚੰਨ, ਚਾਨਣ ਦੇਣ ਵਾਲਾ। ਉਸ ਚੰਨ ਬਣਾ ਲਿਆ ਆਪਾਂ ਨੇ, ਜਿਹੜਾ ਚਾਨਣ ਦੇਵੇ, ਚੰਨ। ਸਰਬਤਰ ਚੰਦਰ ਹੈ, ਤੂੰ ਸਭ ਥਾਵਾਂ 'ਤੇ ਚਾਨਣ ਦੇਣ ਵਾਲਾ ਹੈ। ਭਾਨੈ, ਪ੍ਰਕਾਸ਼ ਦੇਣ ਵਾਲਾ ਹੈ। ਮਾਨੈ, ਪੂਜਨੀਕ ਹੈ। ਇੰਦਰੈ, ਰਾਜਾ ਹੈ। ਚੰਦਰੈ, ਚਾਨਣ ਦੇਣ ਵਾਲਾ ਹੈ। ਤੂੰ ਸਭ ਨੂੰ ਪ੍ਰਕਾਸ਼ ਦੇਣਾ। ਸਰਬਤਰ ਭਾਨੈ, ਤੂੰ ਸਭ ਨੂੰ ਪ੍ਰਕਾਸ਼ ਦੇਣ ਵਾਲਾ ਹੈ। ਸਰਬਤਰ ਮਾਨੈ, ਸਾਰੇ ਤੈਨੂੰ ਮੰਨਦੇ ਹਨ, ਤੇਰੀ ਪੂਜਾ ਕਰਦੇ ਹਨ। ਕਿ ਸਰਬਤਰ ਇੰਦਰ ਹੈ, ਤੂੰ ਸਾਰਿਆਂ ਦਾ ਰਾਜਾ ਹੈ। ਕਿ ਸਰਬਤਰ ਚੰਦਰ ਹੈ, ਤੂੰ ਸਾਰਿਆਂ ਨੂੰ ਚਾਨਣ ਦੇਣ ਵਾਲਾ ਹੈ। ਕਿ ਸਰਬੰ ਕਲੀਮੈ, ਕਿ ਪਰਮੰ ਫਹੀਮੈ, ਕਿ ਆਕਲ ਅਲਾਮੈ, ਕਿ ਸਾਹਿਬ ਕਲਾਮੈ। ਸਰਬੰਗ, ਸਰਬਤਰ ਤੇ ਸਰਬ ਇੱਕੋ ਹੀ ਗੱਲ ਹੈ, ਸਭ ਦਾ। ਕਲੀਮੇ ਹੁੰਦਾ ਬੋਲਣ ਵਾਲਾ। ਤੂੰ ਸਾਰਿਆਂ ਦੇ ਵਿੱਚ ਬੈਠ ਕੇ ਬੋਲਣ ਵਾਲਾ ਹੈ। ਅਸਲ 'ਚ ਉਹੀ ਬੋਲ ਰਿਹਾ, ਸਭ ਦੇ ਵਿੱਚ ਬੈਠਾ। ਹਰ ਇੱਕ ਚੀਜ਼ ਦੇ ਵਿੱਚ ਉਹੀ ਬੋਲ ਰਿਹਾ ਹੈ। ਸਾਡੇ ਅੰਦਰ ਵੀ ਉਹੀ ਬੋਲ ਰਿਹਾ ਹੈ, ਪਰ ਅਸੀਂ ਆਪ ਬੋਲ ਰਹੇ ਹਾਂ, ਇਸ ਲਈ ਉਹ ਸੁਣ ਨਹੀਂ ਰਿਹਾ। ਸਭ ਦੇ ਵਿੱਚ ਬੈਠਾ ਉਹੀ ਬੋਲ ਰਿਹਾ, ਉਹ ਬੋਲਣ ਵਾਲਾ ਹੈ। ਤੂੰ ਸਭ ਦੇ ਵਿੱਚ ਬੈਠ ਕੇ ਬੋਲਣ ਵਾਲਾ ਹੈ। ਕਲੀਮੇ, ਬੋਲਣ ਵਾਲਾ। ਸਰਬੰਗ, ਸਾਰਿਆਂ ਦੇ ਵਿੱਚ ਤੂੰ ਬੋਲਣ ਵਾਲਾ ਹੈ। ਭਾਵ ਸਾਰਿਆਂ ਦੇ ਵਿੱਚ ਤੂੰ ਹੀ ਬੋਲ ਰਿਹਾ ਹੈ। ਕਿ ਪਰਮੰ ਫਹੀਮੈ, ਪਰਮ ਵੱਡੇ ਨੂੰ ਕਹਿੰਦੇ ਨੇ। ਪਰਮੰ, ਸਭ ਤੋਂ ਵੱਡਾ। ਫਹੀਮੈ, ਫਹੀਮ ਹੁੰਦਾ ਸਮਝ। ਫਹੀਮੈ, ਸਮਝ ਵਾਲਾ। ਤੂੰ ਸਭ ਤੋਂ ਵੱਡਾ ਸਮਝ ਵਾਲਾ ਹੈ। ਭਾਵ ਤੇਰੀ ਜਿਹੜੀ ਸਮਝ ਹੈ ਉਹ ਸਭ ਤੋਂ ਵੱਡੀ ਹੈ। ਤੇਰੇ ਤੋਂ ਵੱਧ ਹੋਰ ਕੋਈ ਸਿਆਣਾ ਨਹੀਂ ਹੈ। ਆ ਕੇ ਫਲਾਣਾ ਬੰਦਾ ਬੜਾ ਸਮਝਦਾਰ ਹੈ ਜੀ, ਬੜਾ ਸਮਝਦਾਰ ਹੈ। ਸਮਝ ਵਾਲਾ ਵੀ, ਬੇਸਮਝ ਨਹੀਂ ਹੈ। ਪਰਮੰਗ ਫਹੀਮੈ, ਤੂੰ ਸਭ ਤੋਂ ਵੱਡਾ ਸਮਝ ਵਾਲਾ ਹੈ। ਕਲੀਮੇ ਹੁੰਦਾ ਬੋਲਣ ਵਾਲਾ। ਫਹੀਮੇ, ਸਮਝ ਵਾਲਾ। ਕਲੀਮੇ, ਬੋਲਣ ਵਾਲਾ। ਫਹੀਮੇ, ਸਮਝ ਵਾਲਾ। ਕਿ ਸਰਬੰ ਕਲੀਮੇ, ਤੂੰ ਸਾਰਿਆਂ ਦੇ ਵਿੱਚ ਬੋਲਣ ਵਾਲਾ ਹੈ। ਕਿ ਪਰਮੰਗ ਫਹੀਮੇ, ਤੂੰ ਸਭ ਤੋਂ ਵੱਡਾ ਸਮਝ ਵਾਲਾ ਹੈ। ਕਿ ਆਕਲ ਅਲਾਮੇ, ਆਕਲ ਮੈਨੇ ਅਕਲ, ਅਲਾਮੇ ਮੈਨੇ ਇਲਮ। ਫਾਰਸੀ ਦੇ ਸ਼ਬਦ ਨੇ। ਇਲਮ ਗਿਆਨ ਨੂੰ ਕਹਿੰਦੇ, ਆਪਾਂ ਗਿਆਨ ਕਹਿੰਦੇ ਹਾਂ, ਫਾਰਸੀ ਕਹਿੰਦੇ ਇਲਮ। ਇਹਨੂੰ ਇਸ ਗੱਲ ਦਾ ਇਲਮ ਹੀ ਨਹੀਂ, ਵੀ ਇਹਨੂੰ ਕਿਸੇ ਗੱਲ ਦਾ ਗਿਆਨ ਹੀ ਨਹੀਂ ਹੈ। ਜਦੋਂ ਮੁਸਲਮਾਨ ਦਾ ਰਾਜ ਸੀ, ਉਦੋਂ ਸਾਨੂੰ ਬਹੁਤ ਫਾਰਸੀ ਲੋਕਾਂ ਨੂੰ ਆਮ ਸ਼ਬਦ ਆਉਂਦੇ ਸਨ। ਹੁਣ ਜਿਹੜਾ ਹੈ, ਕਿਉਂਕਿ ਫਿਰ ਅੰਗਰੇਜ਼ਾਂ ਦਾ ਰਾਜ ਹੋ ਗਿਆ, ਫਿਰ ਉਹ ਖਤਮ ਹੋ ਗਈ,
ਫਿਰ ਆਪਾਂ ਨੂੰ ਅਨਪੜ੍ਹ ਵੀ ਅੰਗਰੇਜ਼ੀ ਦੇ ਬਹੁਤ ਸਾਰੇ ਸ਼ਬਦ ਵਰਤਦੇ ਨੇ। ਅਨਪੜ੍ਹ ਵੀ ਅੰਗਰੇਜ਼ੀ ਦੇ ਬਹੁਤ ਸ਼ਬਦ ਵਰਤਦੇ ਨੇ, ਕਿਉਂਕਿ ਆਮ ਹੋ ਗਏ ਨੇ, ਆਮ ਹੋ ਗਏ ਨੇ। ਕਿਉਂਕਿ ਜਿਹਨਾਂ ਦਾ ਰਾਜ ਹੁੰਦਾ ਫਿਰ ਉਹਨਾਂ ਦੀ ਬੋਲੀ ਵੀ ਆਉਂਦੀ ਹੈ। ਹੁਣ ਆਪਾਂ ਇੰਗਲੈਂਡ ਜਾਂਦੇ ਹਾਂ ਅਤੇ ਉੱਥੇ ਫਿਰ ਅੰਗਰੇਜ਼ੀ ਬੋਲਦੇ ਹਨ। ਇਸੇ ਲਈ ਆਈਲੈਟਸ ਕਰਨ ਵਿੱਚ ਉਹਨਾਂ ਦੀ ਜ਼ਬਾਨ ਆਉਣੀ ਚਾਹੀਦੀ ਹੈ। ਜਿਨ੍ਹਾਂ ਦੇਸ਼ਾਂ 'ਚ ਅੰਗਰੇਜ਼ੀ ਬੋਲੀ ਜਾਂਦੀ ਹੈ, ਜਿਹੜਾ ਆਈਲੈਟਸ ਕਰਦਾ ਉਹਦੀ ਸਪੀਕਿੰਗ ਵੇਖਦੇ ਨੇ, ਇਹ ਅੰਗਰੇਜ਼ੀ ਕਿੰਨੀ ਕਿਹੋ ਜਿਹੀ ਬੋਲ ਸਕਦਾ ਹੈ। ਜੇ ਉਹਨੂੰ ਬੋਲਣੀ ਨਹੀਂ ਨਾ ਚੱਜਦੀ ਆਉਂਦੀ, ਉਹ ਕਹਿੰਦਾ ਤੇਰੇ ਲਿਖਣੀ ਭਾਵੇਂ ਘੱਟ ਆਵੇ, ਬੋਲਣੀ ਆਉਣੀ ਚਾਹੀਦੀ। ਮੰਨ ਲਓ ਮੈਂ ਮਦਰਾਸ 'ਚ ਜਾਣਾ, ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ, ਮੰਨ ਲਓ ਨਾ ਉਹਨਾਂ ਨੂੰ ਇੰਗਲਿਸ਼ ਆਉਂਦੀ ਹੈ, ਹੁਣ ਤਾਂ ਸਿਰ ਮਦਰਾਸੀ ਆਉਂਦੀ ਹੈ। ਜੇ ਮੈਂ ਮਦਰਾਸੀ ਨਹੀਂ ਜਾਣਦਾ, ਮੈਂ ਤਾਂ ਭੁੱਖਾ ਮਰ ਜਾਵਾਂਗਾ। ਮੈਂ ਉਹਨਾਂ ਤੋਂ ਰੋਟੀ ਮੰਗਾਂਗਾ, ਉਹਨਾਂ ਨੂੰ ਸਮਝ ਹੀ ਨਹੀਂ ਕੀ ਕਹਿੰਦਾ। ਇੱਕ ਵਾਰ ਸੁਣਾਇਆ ਸੀ ਤੁਹਾਨੂੰ, ਕੋਈ ਫੌਜੀ ਆ ਗਿਆ, ਪਾਣੀ ਨੂੰ ਆਬ ਕਹਿੰਦੇ ਉਰਦੂ 'ਚ, ਫਾਰਸੀ ਆਬ ਕਹਿੰਦੇ, ਤਾਂ ਹੀ ਪੰਜਾਬ ਹੈ ਨਾ ਨਾਮ। ਪੰਜ ਆਬ, ਪੰਜ ਪਾਣੀ, ਪੰਜ ਦਰਿਆ, ਉਹ ਆਬ ਕਾ ਪਾਣੀ। ਉਹ ਮਰ ਰਿਹਾ ਹੈ ਅਤੇ ਕਹਿ ਰਿਹਾ ਆਬ। ਹੁਣ ਕੋਲ ਇਕੱਲੀ ਮਾਂ ਹੈ, ਮਾਂ ਨੂੰ ਸਮਝ ਨਹੀਂ ਆ ਰਹੀ ਮੇਰਾ ਪੁੱਤਰ ਕੀ ਮੰਗ ਰਿਹਾ। ਆਬ ਕਰਦੇ ਉਹ ਮਰ ਗਿਆ। ਕਿਸੇ ਨੇ ਪੁੱਛਿਆ, ਮਾਤਾ ਜੀ ਉਹ ਮਰਨ ਵੇਲੇ ਕੁਛ ਕਹਿੰਦਾ ਸੀ? ਹਾਂ, ਕਹਿੰਦਾ ਭਾਈ ਉਹ ਆਬ ਕਰਦਾ ਸੀ, ਕਹਿੰਦਾ ਪਾਣੀ ਮੰਗਦਾ ਸੀ। ਕਿ ਜਿਹੜੇ ਪਾਣੀ ਪੀਣਾ ਸੀ, ਫਿਰ ਮੈਨੂੰ ਕਹਿੰਦਾ ਵੀ ਪਾਣੀ ਦੇ ਦਿਓ, ਮੈਂ ਪਾਣੀ ਦੇ ਦਿੰਦੀ। ਉਹ ਫਿਰ ਕੀ ਬੋਲੀ ਜਾਂਦਾ, ਮੈਨੂੰ ਸਮਝ ਨਹੀਂ ਆਈ, ਇਸ ਲਈ ਪੈਸਾ ਮਰ ਗਿਆ। ਇਸ ਲਈ ਜਿੱਥੇ ਜਾਣਾ ਉਹਨਾਂ ਦੀ ਜ਼ਬਾਨ ਸਾਨੂੰ ਆਉਣੀ ਚਾਹੀਦੀ ਹੈ, ਤਾਂ ਹੀ ਉਸ ਕੁਝ ਲੈ ਸਕਦੇ ਨੇ ਬੋਲ ਕੇ, ਵੀ ਮੈਨੂੰ ਆਹ ਚੀਜ਼ ਚਾਹੀਦੀ, ਆਹ ਚੀਜ਼ ਚਾਹੀਦੀ ਹੈ। ਉੱਥੋਂ ਲਿਖਣਾ ਭਾਵੇਂ ਨਾ ਆਵੇ, ਉੱਥੋਂ ਦੀ ਬੋਲੀ ਜ਼ਰੂਰ ਆਉਣੀ ਚਾਹੀਦੀ ਹੈ ਜਿੱਥੇ ਵੀ ਤੁਸੀਂ ਜਾਣਾ ਹੈ। ਕਈ ਦੇਸ਼ਾਂ ਫਰਾਂਸੀਸੀ ਬੋਲਦੇ, ਫਰੈਂਚ ਜਿਹਨੂੰ ਕਹਿੰਦੇ। ਜਿਹੜੇ ਫਰਾਂਸੀਸੀ ਨੇ ਇਹ ਅੰਗਰੇਜ਼ੀ ਨੂੰ ਪਸੰਦ ਨਹੀਂ ਕਰਦੇ, ਕਿਉਂਕਿ 200 ਸਾਲ ਅੰਗਰੇਜ਼ਾਂ ਦੀ ਅਤੇ ਫਰਾਂਸੀਸੀਆਂ ਦੀ ਆਪਸੀ ਦੁਸ਼ਮਣੀ ਰਹੀ, 200 ਸਾਲ। ਇਸ ਲਈ ਫਰਾਂਸ ਵਾਲੇ ਫਿਰ ਅੰਗਰੇਜ਼ੀ ਨੂੰ ਨਫ਼ਰਤ ਕਰਨ ਲੱਗ ਪਏ। ਉਹ ਅੰਗਰੇਜ਼ੀ ਪੜ੍ਹਦੇ ਹੀ ਨਹੀਂ ਸੀ। ਹੁਣ ਅਸੀਂ ਜਾਣਾ ਫਰਾਂਸ, ਤਾਂ ਫਿਰ ਸਾਨੂੰ ਫਰਾਂਸੀਸੀ ਆਵੇਗੀ ਤਾਂ ਹੀ ਹਨ। ਇਸ ਲਈ ਜਿਹੜੇ ਏਜੰਟ ਨੇ ਉਹਨੂੰ ਦੱਸ ਦਿੰਦੇ ਕਿ ਭਾਈ ਤੂੰ ਆਹ ਜ਼ਬਾਨ ਸਿੱਖ ਲੈ, ਇਹਦੀ ਉੱਥੇ ਲੋੜ ਪੈਣੀ ਹੈ। ਸੋ ਇਸ ਲਈ ਇਹ 'ਤੇ ਬਹੁਤੇ ਸ਼ਬਦ ਫਾਰਸੀ ਦੇ ਹਨ। ਹੁਣ ਕਿਉਂਕਿ ਫਾਰਸੀ ਸਾਡੇ ਦੇਸ਼ 'ਚ ਹੈ ਨਹੀਂ ਹੈਗੀ ਸਕੂਲਾਂ ਕਾਲਜਾਂ ਦੇ ਵਿੱਚ, ਇਸ ਲਈ ਸਾਨੂੰ ਇਹ ਸ਼ਬਦ ਬਹੁਤ ਔਖੇ ਲੱਗਦੇ ਹਨ। ਸੋ ਪਰਮਾਤਮਾ ਕਿ ਆਕਲ ਅਲਾਮੇ, ਆਕਲ ਮੈਨੇ ਅਕਲ, ਅਲਾਮਾ ਮੈਨੇ ਇਲਮ। ਪਰਮਾਤਮਾ ਅਕਲ ਵਾਲਾ ਵੀ ਹੈ ਅਤੇ ਇਲਮ ਵਿਦਿਆ ਵਾਲਾ ਵੀ ਹੈ। ਉਹ ਵੱਡੀ ਅਕਲ ਵਾਲਾ ਹੈ ਅਤੇ ਉਹ ਬਹੁਤ ਗਿਆਨ ਵਾਲਾ ਹੈ। ਇਲਮ ਗਿਆਨ ਨੂੰ ਕਹਿੰਦੇ ਨੇ। ਬਹੁਤ ਅਕਲਮੰਦ ਹੈ, ਬਹੁਤ ਗਿਆਨ ਵਾਲਾ ਹੈ। ਕਿ ਸਾਹਿਬ ਕਲਾਮੇ, ਕਲਾਮ ਬਾਣੀ ਨੂੰ ਕਹਿੰਦੇ ਨੇ, ਕਲਾਮ ਮੰਤਰ ਨੂੰ ਵੀ ਕਹਿੰਦੇ ਨੇ। ਇੱਥੇ ਬਾਣੀ ਤੋਂ ਪਾਏ, ਉਹ ਬਾਣੀ ਦਾ ਮਾਲਕ ਹੈ। ਇਹ ਸਾਰੀ ਬਾਣੀ ਪਰਮਾਤਮਾ ਤੋਂ ਹੀ ਆਈ ਹੋਈ ਹੈ। ਗੁਰੂ ਮਹਾਰਾਜ ਆਪ ਬਾਣੀ 'ਚ ਲਿਖਦੇ ਨੇ, ਸਾਡੀ ਬਾਣੀ ਨਹੀਂ ਹੈ, ਆਪਾਂ ਤਾਂ ਗੁਰਬਾਣੀ ਕਹਿੰਦੇ ਨੇ, ਕਿਉਂਕਿ ਗੁਰੂ ਮਹਾਰਾਜ ਨੇ ਲਿਖੀ ਹੈ, ਉਹਨਾਂ ਨੇ ਉਚਾਰੀ ਹੈ। ਪਰ ਉਹ ਕਹਿੰਦੇ ਸਾਡੀ ਨਹੀਂ ਹੈ, ਇਹ ਸਾਡੇ ਵਿਚਾਰ ਨਹੀਂ ਹੈਗੇ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ। ਹੇ ਲਾ ਲਓ, ਮੈਨੂੰ ਤਾਂ ਜਿਹੋ ਜਿਹੀ ਪਰਮਾਤਮਾ ਤੋਂ ਬਾਣੀ ਆ ਰਹੀ ਉਹ ਮੈਂ ਤੈਨੂੰ ਅੱਗੇ ਦੱਸ। ਇਸ ਲਈ ਕਹਿੰਦੇ ਰੱਬੀ ਬਾਣੀ, ਇਹਨੂੰ ਰੱਬੀ ਬਾਣੀ ਕਹਿੰਦੇ ਨੇ। ਇਹ ਗੁਰੂਆਂ ਦੀ ਬਾਣੀ ਨਹੀਂ, ਹਾਂ ਗੁਰੂਆਂ ਰਾਹੀਂ ਸੰਸਾਰ 'ਤੇ ਆਈ ਹੋਈ ਹੈ, ਪਰ ਹੈ ਇਹ ਰੱਬੀ ਬਾਣੀ, ਇਹ ਰੱਬੀ ਬੋਲ ਨਹੀਂ। ਇਸ ਲਈ ਪਰਮਾਤਮਾ ਜਿਹੜਾ ਸਾਹਿਬ ਕਲਾਮੇ, ਉਹ ਸਾਰੀਆਂ ਬਾਣੀਆਂ ਦਾ ਮਾਲਕ ਹੈ, ਸਾਹਿਬ ਹੈ। ਸੋ ਫਿਰ ਦੇਖ ਲਓ, ਇਹ 'ਚ ਚਾਰੇ ਹੀ ਸ਼ਬਦ ਪੰਜੇ ਔਖੇ ਨੇ। ਇਹ 'ਚ ਪਹਿਲਾ ਹੈ ਕਲੀਮੇ। ਕਲੀਮੇ ਹੁੰਦਾ ਬੋਲਣ ਵਾਲਾ।
ਦੂਜਾ ਸ਼ਬਦ ਹੈ ਫਹੀਮੇ, ਸਮਝ ਵਾਲਾ। ਤੀਜਾ ਆਕਲ, ਅਕਲ ਵਾਲਾ। ਚੌਥਾ ਅਲਾਮੇ, ਇਲਮ ਵਾਲਾ, ਗਿਆਨ ਵਾਲਾ। ਅਤੇ ਪੰਜਵਾਂ ਹੈ ਕਲਾਮੇ, ਬਾਣੀ ਵਾਲਾ। ਸੋ ਪਰਮਾਤਮਾ ਜਿਹੜਾ ਸਰਬੰ ਕਲੀਮੇ, ਸਾਰਿਆਂ ਦੇ ਵਿੱਚ ਬੋਲਣ ਵਾਲਾ ਹੈ, ਸਾਰਿਆਂ ਵਿੱਚ ਬੈਠ ਕੇ ਉਹ ਬੋਲਣ ਵਾਲਾ ਹੈ। ਪਰਮੰਗ ਫਹੀਮੇ, ਪਰਮੰਗ ਹੁੰਦਾ ਸਭ ਤੋਂ ਵੱਡਾ, ਫਹੀਮੇ ਦਾ ਸਮਝ ਵਾਲਾ, ਉਹ ਸਭ ਤੋਂ ਵੱਡੀ ਸਮਝ ਵਾਲਾ ਹੈ। ਕਿ ਆਕਲ ਅਲਾਮੇ, ਆਕਲ ਅਕਲ ਵਾਲਾ, ਅਲਾਮੇ ਇਲਮ ਵਾਲਾ। ਪਰਮਾਤਮਾ ਅਕਲ ਵਾਲਾ ਹੈ, ਸਭ ਤੋਂ ਵੱਡੀ ਅਕਲ ਵਾਲਾ ਹੈ। ਅਲਾਮੇ, ਸਭ ਤੋਂ ਵੱਡੇ ਗਿਆਨ ਵਾਲਾ ਹੈ, ਇਲਮ ਵਾਲਾ ਹੈ। ਕਿ ਸਾਹਿਬ ਕਲਾਮੇ, ਉਹ ਸਾਰੀਆਂ ਬਾਣੀਆਂ ਦਾ ਸਾਹਿਬ ਹੈ। ਸਾਰੀਆਂ ਬਾਣੀਆਂ ਉਸੇ ਤੋਂ ਹੀ ਆਈਆਂ ਹੋਈਆਂ ਹਨ। ਮੁਹੰਮਦ ਸਾਹਿਬ ਵੀ ਲਿਖਦੇ ਨੇ, ਕਹਿੰਦੇ ਜਿਹੜੇ ਮੈਂ ਇਹ ਕੁਰਾਨ ਦੀਆਂ ਆਇਤਾਂ ਲਿਖੀਆਂ ਮੇਰੀਆਂ ਨਹੀਂ ਹੈਗੀਆਂ। ਕਹਿੰਦੇ ਮੈਂ ਤਾਂ ਸਿਮਰਨ 'ਚ ਬੈਠਦਾ ਸੀ, ਜਦੋਂ ਮੇਰੀ ਅੱਖਾਂ ਬੰਦ ਹੁੰਦੀਆਂ ਸਨ, ਆਕਾਸ਼ ਦੇ ਵਿੱਚ ਇੱਕ ਜਿਵੇਂ ਨੇਮ ਪਲੇਟ ਹੁੰਦੀ ਨਾ, ਐਂ ਲੰਮੀ ਸਾਰੀ ਫੱਟੀ ਬਣ ਜਾਂਦੀ ਸੀ। ਉਹਦੇ ਉੱਤੇ ਅਰਬੀ ਭਾਸ਼ਾ ਦੇ ਵਿੱਚ ਆਇਤ, ਜਿਹਨੂੰ ਆਪਾਂ ਸ਼ਲੋਕ ਕਹਿੰਦੇ ਹਾਂ, ਆਪਾਂ ਸ਼ਲੋਕ ਕਹਿੰਦੇ ਹਾਂ, ਮੁਸਲਮਾਨ ਨੂੰ ਆਇਤ ਕਹਿੰਦੇ ਨੇ। ਉਹ ਉੱਤੇ ਆਇਤ ਲਿਖੀ ਹੁੰਦੀ ਸੀ, ਅਤੇ ਕਹਿੰਦਾ ਮੈਂ ਫਿਰ ਉਹ ਨੋਟ ਕਰ ਲਿਆ ਕਰਦਾ ਸੀ। ਇਹ ਸਾਰਾ ਕੁਰਾਨ ਸ਼ਰੀਫ ਆਇਤਾਂ ਦੇ ਵਿੱਚ ਹੈ। ਆਪਣੇ ਤਾਂ ਪੌੜੀਆਂ ਵੀ ਨੇ, ਅਸ਼ਟਪਦੀਆਂ ਵੀ ਨੇ, ਛੰਦ ਵੀ ਨੇ, ਕਿੰਨਾ ਕੁਛ ਹੈ। ਉਹ ਇਕੱਲੇ ਸ਼ਲੋਕ ਹੀ ਚਲੋ, ਸਾਰਾ ਕੁਰਾਨ ਸ਼ਰੀਫ ਸ਼ਲੋਕਾਂ 'ਚ ਲਿਖੇ, ਜਿਹਨੂੰ ਉਹ ਆਇਤਾਂ ਕਹਿੰਦੇ। ਉਹ ਇਹੀ ਕਹਿੰਦੇ ਸੀ ਮੈਂ ਨਹੀਂ ਲਿਖੀਆਂ। ਕਹਿੰਦਾ ਮੈਂ ਤਾਂ ਜੋ ਸਿਮਰ 'ਚ ਬੈਠਦਾ ਸੀ, ਮੈਨੂੰ ਉਹ ਜਿਹੜਾ ਇੱਕ ਫੱਟੀ ਸਾਹਮਣੇ ਆ ਜਾਂਦੀ ਸੀ ਆਕਾਸ਼ 'ਚ, ਉਹਦੇ ਉੱਤੇ ਆਇਤ ਲਿਖੀ ਹੁੰਦੀ ਸੀ, ਬਸ ਮੈਂ ਲਿਖ ਲੈਂਦਾ ਸੀ। ਫਿਰ ਜਦੋਂ ਕਦੇ ਹੋਰ ਆਇਤ ਆਉਣੀ, ਉਹ ਲਿਖ ਲੈਣੀ। ਉਹ ਕਹਿੰਦੇ ਇਸ ਲਈ ਕੁਰਾਨ ਮੇਰਾ ਲਿਖਿਆ ਹੋਇਆ ਨਹੀਂ ਹੈ, ਇਹ ਰੱਬੀ ਕਲਾਮ ਹੈ, ਇਹ ਰੱਬੀ ਕਲਾਮ ਹੈ। ਜੋ ਗੁਰਬਾਣੀ ਰੱਬੀ ਕਲਾਮ ਹੈ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਕਿ ਹੁਸਨਲ ਵਜੂ ਹੈ। ਇਹਨੂੰ ਵਜੂ ਨਹੀਂ ਪੜ੍ਹਨਾ, ਇਹਨੂੰ ਵਜੂ ਵੀ ਪੜ੍ਹਿਆ ਜਾ ਸਕਦਾ। ਇਹ ਲਮਕਾ ਕੇ ਪੜ੍ਹਨ। ਪੁਰਾਣੇ ਜਿਹੜੇ ਸਨ ਗੁਟਕੇ, ਉਹਨਾਂ 'ਚ ਮਗਰ ਆੜਾ ਵੀ ਲੱਗਾ ਹੋਇਆ ਹੈ। ਵਜੂ ਆੜਾ ਹੈ, ਲੰਮੀ ਆਵਾਜ਼ ਕਰਨ ਲਈ ਹੁੰਦਾ ਹੈ। ਪੁਰਾਣੇ ਗੁਟਿਆਂ ਵਜੂ ਲਿਖਿਆ ਹੈ, ਵਾਹ ਵਾਹ ਜੱਜੇ ਨੂੰ ਦਲੈਂਕੜ, ਅੱਗੇ ਆੜਾ, ਲੰਮੀ ਆਵਾਜ਼, ਵਜੂ। ਨਹੀਂ ਚੱਲਣ ਵਜੂ ਪੜ੍ਹ ਦੇਗਾ, ਇਸ ਨੂੰ ਵਜੂ ਪੜ੍ਹੇ, ਵਾਹ ਵਾਹ ਜੱਜੇ ਨੂੰ ਦਲੈਂਕੜ, ਵਜੂ ਪੜ੍ਹਨਾ ਕੀ ਹੈ? ਵਜੂ। ਕਿ ਹੁਸਨਲ ਵਜੂ ਹੈ। ਹੁਸਨਲ, ਹੁਸਨ, ਹੁਸਨ ਕਹਿੰਦੇ ਸੁੰਦਰਤਾ ਨੂੰ ਕਹਿੰਦੇ। ਵਜੂ ਮੈਨੇ ਸਰੂਪ, ਹੈ ਪਰਮਾਤਮਾ ਤੂੰ ਸੁੰਦਰਤਾ ਦਾ ਸਰੂਪ ਹੈ। ਤਾਂ ਕਹਿੰਦੇ ਸਤਿਅਮ ਸ਼ਿਵਮ ਸੁੰਦਰਮ। ਜੋ ਸਤ ਹੈ, ਸ਼ਿਵਮ ਮੈਨੇ ਗਿਆਨ, ਸੁੰਦਰਮ ਮੈਨੇ ਸੁੰਦਰ। ਸਤ ਗਿਆਨਵਾਨ ਵੀ ਹੈ ਅਤੇ ਸਤ ਸੁੰਦਰ ਵੀ ਹੈ। ਇਸ ਲਈ ਜਿਹੜਾ ਨਾਮ ਜਪੀ ਜਾਂਦਾ ਹੈ, ਉਹ ਸੁੰਦਰ ਵੀ ਹੋ ਜਾਂਦਾ ਹੈ ਅਤੇ ਉਹ ਗਿਆਨਵਾਨ ਵੀ ਹੋ ਜਾਂਦਾ ਹੈ। ਵਜੂ ਹੁੰਦਾ ਸਰੂਪ, ਹੁਸਨਲ ਹੁੰਦਾ ਸੁੰਦਰਤਾ। हे परमात्मा तू सुंदरता का स्वरूप है, भाव तू सुंदर। तमामल रजू हैं, हमेशुल सलामे, सलीखत मुदामे। तमामुल, तमाम सारिਆਂ ਨੂੰ ਕਹਿੰਦੇ ਨੇ। तमाम आम शब्द ਵਰਤੇ ਜਾਂਦੇ। तमाम लोग, सारे लोग। रजू ਹੁੰਦਾ ਧਿਆਨ ਰੱਖਣ ਵਾਲਾ। तमामल रजू हैं, ਤੂੰ ਸਾਰਿਆਂ ਦਾ ਧਿਆਨ ਰੱਖਣ ਵਾਲਾ ਹੈ। ਇਹ ਨਹੀਂ ਕਿਤੇ ਧਿਆਨ ਰੱਖਦੇ, ਕਿਤੇ ਨਹੀਂ ਰੱਖਦੇ ਨਾ। ਤਮਾਮੁਲ ਸਭ ਦਾ, ਰਜੂ ਧਿਆਨ ਰੱਖਣ ਵਾਲਾ। ਤੂੰ ਸਾਰਿਆਂ ਦਾ ਧਿਆਨ ਰੱਖਣ ਵਾਲਾ ਹੈ। ਹਮੇਸ਼ੁਲ ਸਲਾਮੇ, ਹਮੇਸ਼ੁਲ ਹੁੰਦਾ ਹਮੇਸ਼ਾ। ਸਲਾਮੇ ਆਪਾਂ ਕਹਿੰਦੇ ਫਲਾਣਾ ਮਤਲਬ ਸਹੀ ਸਲਾਮਤ ਹੈ ਜੀ। ਉਹ ਇਹਦਾ ਕੀ ਸਹੀ ਸਲਾਮਤ ਹੈ ਜੀ। ਸੋ ਸਲਾਮੇ ਦਾ ਸਲਾਮਤ, ਸਦਾ ਰਹਿਣ ਵਾਲਾ। ਹਮੇਸ਼ੁਲ ਸਲਾਮੇ, ਪਰਮਾਤਮਾ ਹਮੇਸ਼ਾ ਹੀ ਸਹੀ ਸਲਾਮਤ ਹੈ। ਉਹ ਜਿਹੋ ਜਿਹਾ ਉਹੋ ਜਿਹੀ ਹੈ। ਅਸੀਂ ਤਾਂ ਕਦੇ ਬਿਮਾਰ, ਕਦੇ ਕੁਛ, ਕਦੇ ਕੁਛ, ਅਸੀਂ ਸਹੀ ਸਲਾਮਤ ਨਹੀਂ ਹੈਗੇ। ਪਰਮਾਤਮਾ ਹਮੇਸ਼ੁਲ
हमेशा सलामे सलामत। परमात्मा हमेशा सलामत है, सदा रहन वाला है। भाव सलीखत मुदामे, सलीखत होंदे जिन्हें उन्हें रचना की हुई, मुदामे होंदा सदा रहन वाली। ਉਹਦੀ ਜਿਹੜੀ रचना है ये सदीवी है, आप सदीवी है, ਉਹਦੀ रचना भी सदीवी है। सलीखत रचना, मुदामे सदा रहन वाली। सलीखत मुदामे, ਉਹਦੀ रचना सदीवी है, ਉਹਦੀ रचना सदा रहन वाली है। ये सारे शब्द बहुत औखे ने, फिर सुन लो। हुसनल, हुसन ਨੂੰ ਕਹਿੰਦੇ ਸੁੰਦਰਤਾ। ਵਜੂ ਸਰੂਪ, ਤੂੰ ਸੁੰਦਰਤਾ ਦਾ ਸਰੂਪ ਹੈ। ਤਮਾਮੁਲ ਰਜੂ ਹੈ, ਤਮਾਮੁਲ ਤਮਾਮ ਸਾਰੇ, ਰਜੂ ਧਿਆਨ ਰੱਖਣ ਵਾਲਾ। ਤੂੰ ਸਾਰਿਆਂ ਦਾ ਧਿਆਨ ਰੱਖਣ ਵਾਲਾ ਹੈ। ਤਮਾਮੁਲ ਸਾਰਿਆਂ ਦਾ, ਰਜੂ ਧਿਆਨ ਰੱਖਣ ਵਾਲਾ ਹੈ। ਤੂੰ ਸਾਰਿਆਂ ਦਾ ਧਿਆਨ ਰੱਖਦਾ ਹੈ। हमेशुल सलामे, हमेशुल मैंने हमेशा, सलामे मैंने सही सलामत। तू हमेशा ही सलामत है, तू सदा ही रहन वाला है। सलीखत मुदामे, सलीखत हुंदा रचना, जो परमात्मा रचना बनाई सलीखत। मुदामे हुंदा सदा रहन वाली। परमात्मा की रचना सदीवी है, सदा रहन वाली है। गनीमुल, ये गगे के पैर च बिंदी ला के पढ़ना, गनीमुल नहीं पढ़ना, गनीमुल। गनीमुल शिकस्त है, इनू शिक सतह नहीं पढ़ देना, कक्के ते अदक ला के पढ़ना। शिकस्त है, शिकस्त होता हार, शिकस्त है हराउण वाला। गनीमुल शिकस्त है। गरीबुल प्रस्त है, ये भी पर सतह नहीं पढ़ना, रारे ते अदक ला के पढ़ना। प्रस्त है, जिवें फलाना जी ये बुत प्रस्त है, बुत्तां नूं पूजन वाला है, प्रस्त है पूजन वाला। शिकस्त है हरा देन वाला। गनीमुल शिकस्त है, गरीबुल प्रस्त है। बिलंदुल मकाने, ज़मीनुल ज़माने। जे दोनों जे पैर बिंदी ला के पढ़ने। ज़मीनुल, ज़मीन कहते ना, आप जमीन धरती नूं ज़मीन कहते। ज़माने। गनीमुल शिकस्त है, गनीमुल, गनीमुल वो लोग जिहड़े धर्म के दोखी ने, जिहड़े धर्म के विरोधी ने, उन्होंने कहते गनीमुल। शिकस्त हुंदा हराउण वाला। परमात्मा धर्म के दोखियां नूं हराउण वाला है। वो तो कहते धर्म प्रफुल्लित होना चाहिए संसार च, ते कई धर्म के दोखी नहीं, फिर परमात्मा उन्होंने हराउंदा है, सज़ा दिंदा। गनीमुल शिकस्त, धर्म के दोखियां नूं वो हरा दिंदा, हराउण वाला है। गरीबुल प्रस्त है, गरीबुल गरीब जिहड़े लोग ने, प्रस्त दा निवाजन वाला, पूजन वाला। परमात्मा गरीबां नूं निवाजन वाला है। दो प्रकार के गरीब हुंदे ने, एक तो धन करके गरीब ने, एक मन करके गरीब ने। धन करके गरीब तो मनुख अपनी किस्मत कारण है, अपने लक्षणा कारण है। जदों हिंदुस्तान च नशे नहीं सन, जदों पंजाब च नशे बहुत घट सन, पंजाब बड़ा अमीर सी। असी हौली हौली नशे वरतन लग पे, अज भुखे नंगे हो गए, अज भुखे नंगे। हुण नशई ने किहड़ी पढ़ाई करनी है? ਉਹੀ ਕੌਮਾਂ ਸੰਸਾਰ 'ਚ ਤਰੱਕੀ ਕਰਦੀਆਂ ਨੇ ਜਿਹੜੀਆਂ ਪੜ੍ਹੀਆਂ ਲਿਖੀਆਂ ਨੇ। ਪਹਿਲਾਂ ਸਿੱਖ ਬਹੁਤ ਜ਼ਿਆਦਾ ਪੜ੍ਹਦੇ ਸਨ, ਹੁਣ ਤੇ ਪੜ੍ਹਦੇ ਹੀ ਨਹੀਂ ਹੈਗੇ। ਅਵਾਰਾ ਗਰਦ ਜੇ ਵਿਦਿਆਰਥੀ ਕਾਲਜਾਂ 'ਚ ਹੋ ਗਏ ਨੇ, ਪੜ੍ਹਦੇ ਹੀ ਨਹੀਂ। ਮੇਰੇ ਕੋਲ ਇੱਕ ਆ ਗਿਆ ਜੀ, ਉਹ ਡਿਪਲੋਮਾ ਕਰ ਰਿਹਾ ਸੀ। ਮੇਰੀਆਂ ਸਪਲੀਆਂ ਕਲੀਅਰ ਹੋ ਜਾਣ। ਮੈਂ ਕਿੰਨੀਆਂ ਸਪਲੀਆਂ? ਕਹਿ ਜੀ 12। ਮੈਂ ਕੁੱਲ ਪੇਪਰ ਕਿੰਨੇ ਸਨ 3 ਸਾਲਾਂ ਦੇ? कह जी 24 पेपरां दे विचों 12 'चों 3 साल कॉलेज पढ़ाई करके 12 पेपरां 'चों फेल है।
मैं तू प्राइवेटली हुण कदे भी नहीं पास हो सकदा, कालेज तैनूं दाखल नहीं करना। तू 3 सालां 'च 12 पेपर पास करे 24 चों, हुण प्राइवेटली तू किवें 12 पास कर लेंगा? मैं जा धक्के धुक्के खाण ਜਿਹੜੇ ਖਾਣੇ, मेरे कोल कोई पाठ नहीं जिते 12 सप्लियां क्लीयर करदे हैं। नखिद्ध लोग इकट्ठे कीते, माँ प्यो दे ਲੱਖਾਂ रुपये बर्बाद करदे कालां 'ਚ, आवारा गर्दी करनी बस। फिर ਇਹ ਜਿਹੀ नौकरियां कित्थों मिलने? सुआ अजी नौकरियां नहीं मिलदी, मैं तुहानूं आउंदा ही कख नहीं, नाम तो तुहानूं लिखना नहीं आंदा। अंग्रेज नाम लिखणगे, पहला अखर वड्डा पद है, दूजा छोटा पद है, फिर विच वड्डा पद, फिर अगे छोटा पद। भी दस पहले ही अखर मैं जैमल सिंह पाउणा, जैमल कला जे ही वड्डा होएगा ना, बाकी AIMAL तो छोटे अखर होणगे ना। वो जे AIM विच वड्डा पद ने, AL छोटा पद ने। लै दस नाम नहीं लिखना, तो मैं भालदे नौकरियां इत्थों। मैं याद रखो, जिहदी सपली आ गई उन्होंने सरकारी नौकरी नहीं मिलती, मेरे तो लिखा लो जो मिल जाए, ये मैनूं कख नहीं आंदा। सरकारी नौकरी के टॉप के बच्चे सिलैक्ट होंदे ने, जिन्ने फिर लल्लू पंजू जो होंदे ने वो प्राइवेट लगे रहंदे 6-6 7-7 10 हज़ार से। जिहड़ा टॉप का बच्चा गौरमेंट सिलैक्ट होंदा, जिहड़ा नहीं हुंदा फिर कुछ ठीक किते तो नौकरी करनी, और कहते मैं तो 5,000 दूँ, 7 दूँ, 10 दूँ, बस इन्ने ते लगे हुए हैं टॉप दे। नखिद्ध हो गया असीं भालदे उत्थे नौकरी करदे। नहीं सारा हिंदुस्तान है, ये थोड़ा भी नौकरियां मुक गई हैं, असीं ही नखिद्ध हो गए हैं। असीं मेहनती रहे ही नहीं, आवारा गर्द हो गए हैं, नशई हो गए हैं, शराबी कबाबी हो गए हैं, काम चोर हो गए हैं। इसलिए ये 10-15 सालों असीं विक बुक जाने, सानूं 5-5 हज़ार च खरीद लिया करने। आ झाड़ू फेरो जी, साडे घर आके फेर दिन्ने जी, झाड़ू फेर दिन्ने जी, और कपड़े धोने कपड़े धो दिन्ने जी। देखते जा, देख मर्दाने रंग करतार दे, देखो क्या बनता है। सो गुरु महाराज कहते तमीज़ुल तमामे वाले पढ़ रहे थे, उपर पढ़ रहे बुलंदल मकाने वाला। गनीमुल शिकस्त, तू धर्म के दोखिया नूं हराउण वाला है। गरीबुल प्रस्त, तू गरीबां नूं निवाजन वाला है। बिलंदुल मकाने, बिलंदुल हुंदा उच्चा, मकान हुंदा थां, जिस थां ते तू रहना बहुत उच्चा है, तेरा थां बहुत उच्चा है। बिलंदुल उच्चा, मकाने स्थान, तेरा थां बहुत उच्चा है। ज़मीनुल ज़माने, ज़मीनुल तू धरती ते भी है, ज़माने तू आकाश विच भी है। परमात्मा सब थां ते, धरती ते भी है, आकाश विच भी है। वो गनीमुल शिकस्त है, जिहड़े धर्म के दोखी ने उन्होंने हराउण वाला है। गरीबुल प्रस्त, वो गरीबां नूं निवाजन वाला है। मैं गरीब दस रहा सी, एक तो आर्थिक तौर पर गरीब ने, उन्होंने नहीं निवाजन वाला, फिर तो सारे गरीबों को नवाजते हो ना। ਜਿਹੜੇ ਮਨ ਦੇ ਗਰੀਬ ਨੇ, ਪਾ ਜਿਨ੍ਹਾਂ ਦੇ ਅੰਦਰ ਹਉਮੈ ਨਹੀਂ ਹੈ, ਜਿਨ੍ਹਾਂ ਲੋਕਾਂ ਦੇ ਅੰਦਰ ਹਉਮੈ ਨਹੀਂ, ਪਰਮਾਤਮਾ ਉਹਨਾਂ ਨੂੰ ਨਵਾਜਦਾ ਹੈ। ਬਿਲੰਦਲ ਮਕਾਨੇ, ਉਹ ਬਹੁਤ ਉੱਚੇ ਥਾਂ 'ਤੇ ਰਹਿਣ ਵਾਲਾ ਹੈ। ਜ਼ਮੀਨੁਲ ਜ਼ਮਾਨੇ, ਉਹ ਧਰਤੀ 'ਤੇ ਵੀ ਰਹਿਣ ਵਾਲਾ ਹੈ, ਉਹ ਆਕਾਸ਼ 'ਤੇ ਵੀ ਰਹਿਣ ਵਾਲਾ ਹੈ। ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।